ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸਾਹਾ ਪਾਤਿਸਾਹੋ, ਨਿਹਚਲ ਚੌਰ ਛਤ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਹਰ ਜਨ ਕਾਇਆ ਪਲਟ ਕਰ, ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਨ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਭਾਰੇ ਉਪਕਾਰੀ। ਪੁੱਛਨ ਸਿੱਖ ਅਰਦਾਸ ਕਰ, ਛੇ ਮਹਿਲਾ ਤੱਕ ਦਰਸ ਨਿਹਾਰੀ। ਅਗਮ ਅਗੋਚਰ ਸਤਿਗੁਰੂ, ਬੋਲੇ ਮੁਖ ਤੇ ਸੁਣੋ ਸੰਸਾਰੀ। ਕਲ ਜੁਗ ਪੀੜੀ ਸੋਢੀਆਂ, ਨਿਹਚਲ ਨੀਵੇ ਉਸਾਰ ਖਲਾਰੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਵਨ ਸੁਭੁਤਾ ਕਵਨ ਸੁਭੁਤਾ, ਕਵਨ ਸੁਅੰਤਰ ਬਾਹਰ ਜੁਗਤਾ। ਕਵਨ ਸੋ ਆਵੈ ਕਵਨ ਸੋ ਜਾਏ, ਕਵਨ ਸੁਤ੍ਰ ਪਵਨ ਰਹਿਆ ਸਮਾਏ। ਕਵਨ ਸੋ ਭੁਗਤਾ ਕਵਨ ਸੋ ਭੁਗਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਰੰਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਅੱਜ ਗੁਰੂ ਕੀ ਸੰਗਤ ਜੀ ਸਤਿਗੁਰੂ ਛੇਵੇਂ ਪਾਤਸ਼ਾਹ ਦੇਗ ਤੇਗ ਦੇ ਧਣੀ, ਮੀਰੀ ਪੀਰੀ ਦੇ ਮਾਲਕ, ਬੰਦੀ ਛੋੜ ਦਾਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਗੁਰਿਆਈ ਦਿਵਸ ਹੈ। ਸਤਿਗੁਰੂ ਜੀ ਦੇ ਗੁਰਤਾ ਗੱਦੀ ਪੁਰਬ ਦੀਆਂ ਆਪ ਸਰਬੱਤ ਗੁਰੂ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ।
ਅੱਜ ਦੇ ਦਿਨ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਸ੍ਰੀ ਕੋਠਾ ਸਾਹਿਬ ਅਸਥਾਨ ਹੈ, ਅੱਜ ਕੱਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵਿੱਚ ਹੀ ਉਹ ਪਵਿੱਤਰ ਅਸਥਾਨ ਹੈ, ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਖ ਆਸਣ ਹੁੰਦਾ ਹੈ। ਔਰ ਜਦੋਂ ਸਤਿਗੁਰੂ ਜੀ ਨੇ ਅੱਜ ਦੇ ਦਿਨ ਆਪਣੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ, ਉਸ ਵੇਲੇ ਇਹ ਕੋਠਾ ਸਾਹਿਬ ਅਸਥਾਨ ਜਿੱਥੇ ਮਹਾਰਾਜ ਸਾਹਿਬ ਜੀ ਦੀ ਆਪਣੀ ਰਿਹਾਇਸ਼ ਹੁੰਦੀ ਸੀ, ਔਰ ਜਦੋਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕਰਵਾਇਆ, ਤਾਂ ਉਸ ਕੋਠਾ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਖ ਆਸਣ ਹੋਇਆ ਕਰਦਾ ਸੀ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਜ਼ਮੀਨ ਤੇ ਆਸਣ ਲਾ ਕੇ ਬਿਰਾਜਿਆ ਕਰਦੇ ਸਨ। ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਬਾਅਦ ਵਿੱਚ ਸਮੇਂ ਦੇ ਨਾਲ ਛੇਵੇਂ ਪਾਤਸ਼ਾਹ ਜੀ ਨੇ ਕੀਤੀ। ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਜਹਾਂਗੀਰ ਬਾਦਸ਼ਾਹ ਨੇ ਦਿੱਲੀ ਵਾਹਿਗੁਰੂ ਲਾਹੌਰ ਬੁਲਾਇਆ, ਔਰ ਮਹਾਰਾਜ ਸਾਹਿਬ ਜੀ ਨੇ ਲਾਹੌਰ ਜਾਣ ਤੋਂ ਪਹਿਲਾਂ ਅੰਤਰਜਾਮੀ ਸਤਿਗੁਰੂ ਸਭ ਕੁਝ ਜਾਣਦੇ ਹਨ ਕਿ ਹੁਣ ਅਸੀਂ ਲਾਹੌਰ ਜਾਵਾਂਗੇ ਤਾਂ ਉੱਥੋਂ ਵਾਪਸ ਨਹੀਂ ਆਵਾਂਗੇ, ਲਾਹੌਰ ਵਿੱਚ ਸਾਡੀ ਸ਼ਹਾਦਤ ਹੋਵੇਗੀ। ਕਿਉਂਕਿ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਸ੍ਰੀ ਤਰਨਤਾਰਨ ਸਾਹਿਬ ਅਮੀਰ ਖੁਸਰੋ ਆਇਆ ਸੀ, ਉਸਨੇ ਗੁਰੂ ਕੇ ਲੰਗਰ ਦੇ ਵਿੱਚ ਬੈਠ ਕਰਕੇ ਪ੍ਰਸ਼ਾਦਾ ਛਕਿਆ, ਔਰ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਤੋਂ ਸਹਾਇਤਾ ਵੀ ਮੰਗੀ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਬਿਰਦ ਐਸਾ ਹੈ, ਜਿਹੜਾ ਵੀ ਝੁਕ ਕੇ ਨਿਮਰਤਾ ਦੇ ਨਾਲ ਰੱਖਿਆ ਸਹਾਇਤਾ ਮੰਗਦਾ ਹੈ। ਲੋਕ ਦੀ ਗੱਲ ਕੀ, ਮਹਾਰਾਜ ਤੇ ਪ੍ਰਲੋਕ ਵਿੱਚ ਵੀ ਸਹਾਇਤਾ ਕਰਦੇ ਨੇ। ਤਾਂ ਸਤਿਗੁਰੂ ਜੀ ਨੇ ਉਹ ਖੁਸਰੋ ਨੂੰ ਕੁਝ ਮਦਦ ਵੀ ਦਿੱਤੀ ਸੀ, ਜੋ ਸਤਿਗੁਰੂ ਜੀ ਦਾ ਮੁੱਢ ਕਦੀਮ ਦਾ ਸੁਭਾਅ ਹੈ, ਲੋੜਵੰਦ ਦੀ ਮਦਦ ਕਰਨਾ। ਤੇ ਉਹਦੇ ਕਰਕੇ ਇਹ ਚੰਦੂ ਵਰਗਿਆਂ ਨੇ ਜਹਾਂਗੀਰ ਬਾਦਸ਼ਾਹ ਦੇ ਕੰਨ ਭਰੇ ਸੀ ਕਿ ਵੇਖੋ ਜੀ, ਜੋ ਇਹ ਬਾਗੀ ਹੈ ਸਰਕਾਰ ਦਾ ਖੁਸਰੋ, ਉਸ ਦੀ ਮਦਦ ਕੀਤੀ ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਤੁਸੀਂ ਉਹਨਾਂ ਨੂੰ ਲਾਹੌਰ ਬੁਲਾਓ। ਇੱਕ ਕਾਰਨ ਤਾਂ ਇਹ ਬਣਿਆ ਸੀ ਮਹਾਰਾਜ ਸਾਹਿਬ ਜੀ ਨੂੰ ਲਾਹੌਰ ਬੁਲਾਉਣ ਦਾ। ਦੂਸਰਾ, ਬਾਬੇ ਪ੍ਰਿਥੀ ਚੰਦ ਨੇ ਬਹੁਤ ਵਾਰੀ ਜਾ ਕਰਕੇ, ਕਈ ਵਾਰੀ ਲਾਹੌਰ, ਕਈ ਵਾਰੀ ਦਿੱਲੀ, ਆਪਣੇ ਛੋਟੇ ਭਰਾਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਉੱਤੇ ਸ਼ਿਕਾਇਤਾਂ ਕੀਤੀਆਂ ਸਨ। ਤਾਂ ਉਹ ਸੁਲਹੀ ਖਾਨ, ਸੁਲੱਭੀ ਖਾਨ ਆਦਿਕ ਨੂੰ ਵੀ ਚੜਾ ਕੇ ਲਿਆਉਂਦਾ ਰਿਹਾ ਸੀ। ਇਹ ਵੀ ਇੱਕ ਕਾਰਨ ਸੀ। ਫਿਰ ਹੋਰ ਵੀ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ, ਸ਼ੇਖ ਆਦਿਕ, ਜੋ ਕਬਰਾਂ, ਮੜੀਆਂ, ਮੱਟਾਂ ਦੇ ਪੁਜਾਰੀ ਸੀ ਤੇ ਮੱਟਾਂ ਦੀ ਪੂਜਾ ਦੇ ਵਿੱਚ ਲੋਕਾਂ ਨੂੰ ਲਾਉਣ ਵਾਲੇ ਸਨ, ਉਹਨਾਂ ਨੇ ਵੀ ਜਾ ਕਰਕੇ ਬਾਦਸ਼ਾਹ ਦੇ ਕੰਨ ਭਰੇ। ਔਰ ਇਸੇ ਤਰ੍ਹਾਂ ਜਹਾਂਗੀਰ ਬਾਦਸ਼ਾਹ ਆਪ ਵੀ ਗੁਰੂ ਘਰ ਦੇ ਨਾਲ ਬਹੁਤ ਵੱਡੀ ਈਰਖਾ ਰੱਖਦਾ ਸੀ, ਕਿਉਂਕਿ ਸ੍ਰੀ ਤਰਨਤਾਰਨ ਸਾਹਿਬ, ਪਾਵਨ ਸਰੋਵਰ ਸਾਹਿਬ ਦੀ ਰਚਨਾ ਕਰਵਾਉਣੀ, ਦਰਬਾਰ ਸਾਹਿਬ ਦੀ ਰਚਨਾ ਕਰਾਉਣੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਮਹਾਰਾਜ ਸਾਹਿਬ ਜੀ ਨੇ ਰਚਨਾ ਕਰਵਾਉਣੀ, ਫਿਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸੰਪਾਦਨਾ ਕਰਾਉਣੀ। ਔਰ ਮਹਾਰਾਜ ਸਾਹਿਬ ਜੀ ਨੇ 1604 ਈਸਵੀ ਤੇ 1661 ਬਿਕਰਮੀ ਸੰਮਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਾਉਣਾ।
उस वेले दो नाम सी महाराज साहब जी दे, एक तो श्री पोथी साहिब, दूसरा श्री ग्रंथ साहिब। तो महाराज साहब जी ने, गरीब नवाज साहब जी ने ये बाणी की एकत्रता करके पावन स्वरूप तैयार करवा के दरबार साहब के अंदर जो पहला प्रकाश करवाया, ये भी कारण से जहांगीर बादशाह वो ईरखा दे विच बहुत अंदरों अंदरी सड़िया भुजिया सी। क्योंकि इतिहासकार लिखते हैं कि किसी भी कौम नूं एक तां अपना केंद्रीय स्थान चाहिदा है, दूसरा अपना धर्म ग्रंथ होवे तां संसार दे विच कौम अगे वधदी है। तां गुरु साहब जी ने ये दोवें कार्य कीते। धन श्री गुरु अर्जन देव साहब महाराज जी श्री दरबार साहब की रचना करवाई, एक केंद्रीय स्थान कायम किया और अमृत बाणी एक थां ते एकत्र करके पहला प्रकाश करवाया। ये बख्शिश की महाराज साहब जी ने। ते जहांगीर बादशाह वो नहीं सी चाहता कि इस तरह सिक्खी का प्रचार प्रसार वधे फुले, सिक्खी प्रफुल्लित हो गई। क्योंकि बहुत ज्यादा मुसलमान भी गुरु घर के श्रद्धालु बन गए सन। धन श्री गुरु अर्जन देव साहब महाराज जी के श्रद्धालु बन चुके सन। उन्हां दे विचों एक साईं मियाँ मीर भी सी, जो धन श्री गुरु अर्जन देव साहब महाराज साहब जी का वो चरण सेवक बन गया सी, गुरु घर का श्रद्धालु बन गया सी ते सुखमनी साहब जी की बाणी का नितनेमी बन गया सी। साईं मियाँ मीर पीर ते ओहदे जिन्ने मुरीद सन, उन्होंने भी साईं मियाँ मीर की संगत करदियां होइयां सुखमनी साहब की बाणी का नितनेम करना आरंभ किया। साईं मियाँ मीर के मुरीदां दे विचों एक सी बीबी कौला। बीबी कौला भी साईं मियाँ मीर की संगत करके काजी की पुत्री सी। उसने भी सुखमनी साहब का पाठ याद किया, सुखमनी साहब बाणी की संध्या की, सुखमनी साहब बाणी का पाठ कंठ किया ते हर रोज सुखमनी साहब की बाणी का नितनेम करन लग पई सी बीबी कौला। फिर गुरु घर दे नाल इन्ना प्रेम वधिया बाणी दे नाल अंदरों जुड़ी कि अखीर गुरु घर दी हो करके फिर श्री अमृतसर साहब भी बीबी कौला जी आ गए। ते सारा जीवन गुरु साहब के चरणों में ही उन्होंने उच्चा सुच्चा जीवन रख करके सिमरन भजन करदे होए बतीत किया। श्री अमृतसर साहब दे विच उन्हां दी याद दे विच कौलसर साहब सरोवर महाराज जी रवाया। इस तरह जदों बहुत लोग गुरु घर वाले प्रेरित होए ते जहांगीर बादशाह भी ये सब कुछ वेख के खफे होया, ईरखा दे विच सड़िया। उन्होंने बहाना मिलिया कि धन श्री गुरु अर्जन देव साहब महाराज साहब जी ने आख्या भी तुसीं लाहौर आओ, असीं तुहाडे तो पुछगिछ करनी है। तो महाराज अंतरजामी सतगुरु गरीब नवाज साहब जी ने विचारिया भी असीं लाहौर जावांगे ते उत्थे फिर साडी शहादत होवे। इस करके साध संगत जी लाहौर जाण तो पहला अपने महलां महाराज साहब जी ने साडे पूजनीक सत्कारयोग माता गंगा जी गुरु साहब जी के महल धर्म पत्नी महाराज साहब जी ने माता गंगा जी ने भी दस दिता कि हुण असीं लाहौर जा रहे हैं, साडी उत्थे कुर्बानी होवेगी, साडी शहादत होवे। फिर महाराज साहब जी ने यह सलाह बाबा बुढ़ा साहब जी ते भाई गुरदास साहब जी दे नाल भी की। उन्हां दोवां गुरसिखां नूं महाराज साहब जी ने नाल लिया। जादी संगत विच महाराज साहब जी ने यह गल नहीं की साध संगत जी कि साडी शहादत होवे, असीं लाहौर तो वापस नहीं आवांगे। अपने महिलां नूं दस्सिया महाराज साहब जी ने, माता गंगा जी नूं ते बाबा बुढ़ा साहब ते भाई गुरदास साहब जी दे नाल यह गल कीती। ते फिर कोठा साहब दे अंदर अपने साहबजादे नूं महाराज साहब जी ने बिठा करके
बाबा बुढ़ा साहब जी नूं ते भाई गुरदास साहब जी नूं नाल लैके अज दे दिन गुरियाई बख्शिश की। सारी संगत दे इकट्ठ विच नहीं महाराज साहब जी ने कोठा साहब के अंदर श्री हरगोबिंद साहब महाराज साहब जी नूं बिठाया कि सतगुरु जी की शरीर कारबला उस वेले छेवीं पातशाही की 11 साल की है। 11 साल की उम्र दे विच महाराज साहब जी ने जो गुरु घर की मर्यादा है वो की है। बाबा बुढ़ा साहब जी तो वो सारी मर्यादा करवाई है ते महाराज साहब जी ने गुरियाई दे दी अपने साहबजादे। सत श्री अकाल। और सतगुरु गरीब नवाज साहब जी के नाम गरीब नवाज ने बाबा बुढ़ा साहब जी को यह वचन भी कह दिते कि साडी शहादत तो बाद तुसी सारी संगत दे विच फिर साडे साहबजादे नूं गुरता गद्दी दे तख्त ते बिठाउणा, बाकी दी मर्यादा सारी संगत दे विच करनी। असीं अपने वल्लों गुरियाई दे चले हैं अपने साहबजादे तो ये बाबा जी की जिम्मेवारी सारी ला के महाराज साहब जी फिर 5 सिखां नूं महाराज साहब जी ने आख्या भी तुसीं साडे नाल चलना। सतगुरु साहब जी पालकी साहब दे विच साध संगत जी सोभनीक हो के पालकी साहब विच बैठ के श्री अमृतसर साहब तो महाराज साहब जी अज दे दिन जो अपने साहबजादे नूं गुरियाई की मर्यादा करके ते फिर पालकी साहब विच सोभनीक हो के धन श्री गुरु अर्जन देव साहब महाराज लाहौर नूं चले गए ते अमृतसर साहब दीआं सिख संगतां गुरु साहब जी नूं अमृतसर साहब शहर तो बाहर दीग नाल गईयां कि सतगुरु सच्चे पातशाह जी लाहौर चले हैं। सारी संगत नूं इस गल का पता नहीं कि महाराज साहब जी ने वापस नहीं मुड़ के आउणा, पर संगतां प्यार दे नाल गुरु साहब जी नूं तोरन वास्ते शहर तो बाहर दीग गईयां ते 5 सिखां नूं महाराज साहब जी ने नाल लिया। उन्हां 5 सिखां विच एक बहादुर बाबा विधि चंद साहब जी भी सन जो धन श्री गुरु अर्जन देव साहब महाराज तो जिन्हां ने सिੱਖੀ प्राप्त की। गरीब नवाज साहब सच्चे पातशाह पंचम पातशाह तो ही सिੱਖੀ प्राप्त की है ते महाराज साहब जी दे नाल जा रहे। भाई विधि चंद साहब जी इसे तरह भाई जेठा जी, भाई प्राणा जी, भाई लंगाह जी, भाई पैड़ा जी, ये 5 सिख महाराज साहब जी दे नाल गए साथ संगत। फिर महाराज साहब वख-वख थावां ते ठहरदे होए लाहौर विच पहुंचे। लाहौर दे विच भी वख-वख थावां ते सतगुरु साहब जी सिखां दे घरे भी गए। फिर जहांगीर बादशाह दी सभा दे विच भी गए तां उत्थे कई तरह दीआं उन्हें गल्लां बातां भी कीतीआं। उन्हां विच एक ये गल भी उन्हें कीती भी मैं सुनिया तुसीं एक ग्रंथ तैयार कीता है ते उहदे विच तुसीं मुसलमानां दे इस्लाम दे खिलाफ लिखिआ। सतगुरु कहते भी ये तां धुर की बाणी, इहदे विच किसे दे उस्तती निंदिया नहीं है। कहंदा जी मैनूं विखाओ। फिर पावन पोथीआं साहिब तो गुरबाणी दे दर्शन भी कराए जहांगीर बादशाह नूं ते जिस वेले पोथी साहिब प्रकाश कीती तां विचों शब्द जो आए इतिहास विच लिखिआ है वो पढ़ के मुख वाक सुनाए तां बचन आया सी जाके अर्ज गुफ्तम पेश तो दरगोश गुण करतार अका कबीर करीम तू बेऐब परवदगार दुनिया मुकामे फानी तहकीक दिलदानी मम सरमुए अजराइल गिरफ्त है दिल भेजना दानी रहाओ। तिलंग राग का पहला शब्द है। मारे कहते वेखो इत्थे किथे किसे नाल वितकरा। कहंदा जी अगे पिछे करके होर कोई सुनाओ विचों होर कलाम होर शब्द सुनाओ। तां इसे तरह फिर होर जदों शब्द सुनाया तां कहंदे ऐसा शब्द आया कोई बोले राम राम, कोई खुदाए, कोई सेवै गुसैया, कोई अल्लाहे कारण करन करीम कृपा धार रही। कहंदा जी होर अगे करके कोई विचों होर शब्द सुनाओ। महाराज साहब जी ने सिखां नूं आग्या कीती ते अगों होर करके कुछ अंग अगे करके सुनाया। ते फिर भगत कबीर साहब जी दी
ਬਾਣੀ ਦੇ ਵਿੱਚੋਂ ਇਹ ਸ਼ਬਦ ਆਇਆ ਪ੍ਰਭਾਤੀ ਰਾਗ ਦਾ, ਅਵਲ ਅੱਲਹ ਨੂਰਿ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੂਲਹ ਭਾਈ, ਖਾਲਕ ਖਲਕ ਖਲਕ ਮਹਿ ਖਾਲਕ, ਪੂਰ ਰਹਿਓ ਸਭ ਠਾਈ। ਤੋ ਇਸ ਤਰੀਕੇ ਦੇ ਨਾਲ ਉਹਨੂੰ ਕੁਝ ਜਦੋਂ ਮਿਲਿਆ ਨਾ, ਈਰਖਾ ਦਾ ਭਰਿਆ ਹੋਇਆ ਸੀ ਜਹਾਂਗੀਰ ਬਾਦਸ਼ਾਹ, ਚੰਦੂ ਦੀਵਾਨ ਨੇ ਵੀ ਕੰਨ ਭਰੇ ਹੋਏ ਸੀ, ਜਿਸ ਦੀ ਪੁੱਤਰੀ ਦਾ ਰਿਸ਼ਤਾ ਮਹਾਰਾਜ ਸਾਹਿਬ ਜੀ ਨੇ ਨਹੀਂ ਲਿਆ ਸੀ। ਰਿਸ਼ਤਾ ਤਾਂ ਗੁਰੂ ਸਾਹਿਬ ਜੀ ਨੇ ਲੈ ਲੈਣਾ ਸੀ ਸਾਧ ਸੰਗਤ, ਪਰ ਉਸਨੇ ਹੰਕਾਰ ਵਿੱਚ ਆਏ ਹੋਏ ਨੇ ਇਹ ਗੱਲ ਕਹਿ ਦਿੱਤੀ ਸੀ ਲਾਗੀਆਂ ਨੂੰ, ਜਿਹੜੇ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵੇਖ ਕੇ ਗਏ ਸੀ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ, ਤੇ ਪੰਜਵੇਂ ਪਾਤਸ਼ਾਹੀ ਦੇ ਨਾਲ ਗੱਲਬਾਤ ਕਰਕੇ ਗਏ ਸੀ। ਤੇ ਚੰਦੂ ਦੀਵਾਨ ਨੇ ਇਹ ਗੱਲ ਆਖੀ ਲਾਗੀਆਂ ਨੂੰ, ਬ੍ਰਾਹਮਣਾਂ ਨੂੰ। ਉਹਨਾਂ ਕਿਹਾ ਜੀ ਅਸੀਂ ਰਿਸ਼ਤੇ ਦੀ ਗੱਲ ਪੱਕੀ ਕਰ ਆਏ ਹਾਂ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦੇ ਮਾਲਕ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਉਹਨਾਂ ਦੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ, ਤੁਹਾਡੀ ਪੁੱਤਰੀ ਦੇ ਰਿਸ਼ਤੇ ਦੀ ਗੱਲ ਉਹਨਾਂ ਨਾਲ ਕਰਕੇ ਆਏ। ਹੰਕਾਰੀ ਚੰਦੂ ਦੀਵਾਨ ਨੇ ਆਖਿਆ ਤੁਸੀਂ ਇਹ ਰਿਸ਼ਤੇ ਦੀ ਗੱਲ ਇਸ ਤਰ੍ਹਾਂ ਕਰ ਆਏ ਹੋ ਜਿਵੇਂ ਚੁਬਾਰੇ ਦੀ ਇੱਟ ਮੋਰੀ ਨੂੰ ਲਾਈ ਜਾਵੇ। ਆਪਣੇ ਆਪ ਨੂੰ ਚੁਬਾਰਾ ਦੱਸਿਆ ਸੀ ਤੇ ਗੁਰੂ ਘਰ ਨੂੰ ਨਿੱਕੀ ਜੀ ਮੋਰੀ ਦੱਸਿਆ ਸੀ ਚੰਦੂ ਦੀਵਾਨ। ਦਿੱਲੀ ਦੀ ਸੰਗਤ ਨੇ ਚਿੱਠੀ ਲਿਖੀ ਸੀ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਕਿ ਸਤਿਗੁਰੂ ਇਹ ਚੰਦੂ ਦੀਵਾਨ ਦੀ ਲੜਕੀ ਦਾ ਰਿਸ਼ਤਾ ਨਹੀਂ ਆਪ ਜੀ ਨੇ ਪ੍ਰਵਾਨ ਕਰਨਾ, ਇਹ ਹੰਕਾਰੀ ਹੈ, ਆਪਣੇ ਆਪ ਨੂੰ ਚੁਬਾਰਾ ਕਹਿੰਦਾ ਹੈ ਤੇ ਗੁਰੂ ਘਰ ਨੂੰ ਮੋਰੀ ਦੱਸਦਾ। ਪੂਰੀ ਤਿਆਰੀ ਹੋ ਚੁੱਕੀ ਸੀ ਉਸ ਮੌਕੇ ਤੇ ਸਾਧ ਸੰਗਤ ਦੀ ਸ਼ਗਨ ਲੱਗਣ ਦੀ, ਫਲਾਂ ਵਾਲੀ ਟੋਕਰੀ ਵੀ ਆ ਗਈ ਸੀ, ਉਧਰੋਂ ਦਿੱਲੀ ਦੀ ਸੰਗਤ ਦੀ ਭੇਜੀ ਹੋਈ ਚਿੱਠੀ ਆ ਗਈ। ਸਿੱਖ ਨੇ ਆਖਿਆ ਮਹਾਰਾਜ ਸ਼ਗਨ ਬਾਅਦ ਚ ਲਾਇਓ, ਸਾਹਿਬਜ਼ਾਦੇ ਨੂੰ ਪਹਿਲਾਂ ਚਿੱਠੀ ਪੜ੍ਹ ਲਓ। ਜਦੋਂ ਚਿੱਠੀ ਪੜ੍ਹੀ ਉਹਦੇ ਚ ਲਿਖਿਆ ਸੀ ਮਹਾਰਾਜ ਸਾਹਿਬ ਇਸ ਹੰਕਾਰੀ ਦੀ ਪੁੱਤਰੀ ਦਾ ਰਿਸ਼ਤਾ ਨਹੀਂ ਲੈਣਾ, ਇਹਨੇ ਗੁਰੂ ਘਰ ਨੂੰ ਮੋਰੀ ਦੱਸਿਆ। ਤੇ ਮਹਾਰਾਜ ਨੇ ਆਇਆ ਹੋਇਆ ਸ਼ਗਨ ਮੋੜ ਦਿੱਤਾ ਸੀ। ਕਹਿਣ ਲੱਗੇ ਨਹੀਂ, ਇਹ ਹੁਣ ਚੁਬਾਰੇ ਦੀ ਇੱਟ ਚੁਬਾਰੇ ਨੂੰ ਹੀ ਲਾਓ, ਅਸੀਂ ਤਾਂ ਮੋਰੀ। ਇਸ ਕਰਕੇ ਅਸੀਂ ਤਾਂ ਕੋਈ ਆਪਣੇ ਵਰਗਾ ਕੋਈ ਨਿਮਰਤਾ ਵਾਲਾ ਸਿੱਖ, ਕੋਈ ਨਿਮਰਤਾ ਵਾਲੇ ਸਿੱਖ ਦੀ ਧੀ ਦਾ ਰਿਸ਼ਤਾ ਲਵਾਂਗੇ। ਉਹਨਾਂ ਨੇ ਬੜੇ ਬੇਨਤੀਆਂ ਵੀ ਕੀਤੀਆਂ ਲਾਗੀਆਂ ਨੇ ਜਿਹੜੇ ਸ਼ਗਨ ਲੈ ਕੇ ਆਏ ਸੀ, ਕੁਝ ਡਰਾਵੇ ਵੀ ਦਿੱਤੇ ਵੀ ਵੇਖੋ ਤੁਸੀਂ ਜਹਾਂਗੀਰ ਬਾਦਸ਼ਾਹ ਦੇ ਦੀਵਾਨ ਦੀ ਪੁੱਤਰੀ ਦਾ ਰਿਸ਼ਤਾ ਮੋੜ ਰਹੇ ਹੋ, ਤੁਹਾਡੇ ਵਾਸਤੇ ਚੰਗਾ ਨਹੀਂ ਹੋਵੇਗਾ। ਮਹਾਰਾਜ ਕਹਿੰਦੇ ਜਿਉ ਹੋਵੇਗਾ ਸੋ ਵੇਖੀ ਜਾਵੇਗਾ, ਪਰ ਸੰਗਤ ਦੀ ਬੇਨਤੀ ਨਹੀਂ ਮੋੜੀ ਜਾ ਸਕਦੀ, ਇਹ ਰਿਸ਼ਤਾ ਨਹੀਂ ਹੁਣ ਲਿਆ ਜਾਵੇਗਾ। ਸ਼ਗਨ ਮੋੜ ਦਿੱਤਾ। ਮਹਾਰਾਜ ਕਹਿੰਦੇ ਕੋਈ ਸਿੱਖ ਸਾਡੇ ਸਾਹਿਬਜ਼ਾਦੇ ਵਾਸਤੇ ਆਪਣੀ ਪੁੱਤਰੀ ਦਾ ਰਿਸ਼ਤਾ ਦੇਵੇ। ਉਸੇ ਮੌਕੇ ਤੇ ਦੋ ਸਿੱਖ ਉੱਠ ਖਲੋਤੇ, ਇੱਕ ਬਾਬਾ ਨਰਾਇਣ ਦਾਸ, ਇੱਕ ਬਾਬਾ ਹਰੀ ਚੰਦ। ਬਾਬਾ ਨਰਾਇਣ ਦਾਸ ਆਪਣੇ ਨੇੜੇ ਡੱਲੇ ਨਗਰ ਵਿੱਚੋਂ ਸਨ, ਭਾਈ ਪਾਰੋ ਜੀ ਦੀ ਵੰਸ਼ ਵਿੱਚੋਂ, ਤੇ ਬਾਬਾ ਹਰੀ ਚੰਦ ਇਹ ਸ੍ਰੀ ਬਾਬਾ ਬਕਾਲਾ ਸਾਹਿਬ ਨਗਰ ਚੋਂ ਸਨ। ਦੋਨਾਂ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਸਾਡੀ ਪੁੱਤਰੀ ਦਾ ਰਿਸ਼ਤਾ ਪ੍ਰਵਾਨ ਕਰੋ। ਬਾਬੇ ਨਰਾਇਣ ਦਾਸ ਨੇ ਆਖਿਆ ਮਹਾਰਾਜ ਮੇਰੇ ਪੁੱਤਰੀ ਦਾ ਰਿਸ਼ਤਾ ਪ੍ਰਵਾਨ ਕਰੋ। ਬਾਬੇ ਹਰੀ ਚੰਦ ਨੇ ਆਖਿਆ ਮਹਾਰਾਜ ਮੇਰੀ ਪੁੱਤਰੀ ਦਾ ਰਿਸ਼ਤਾ ਲਓ। ਸਤਿਗੁਰੂ ਸਿੱਖਾਂ ਨੂੰ ਕਹਿਣ ਲੱਗੋ ਇਹ ਦੋਵੇਂ ਹੀ ਰਿਸ਼ਤੇ ਪ੍ਰਵਾਨ ਕਰ ਲਓ। ਇੱਕ ਸ਼ਗਨ ਮੋੜਿਆ ਸਾਡੇ ਸਾਹਿਬਜ਼ਾਦੇ ਨੂੰ, ਦੋਵੇਂ ਸ਼ਗਨ ਲਾਓ। ਇੱਕੇ ਦਿਨ ਜਦੋਂ ਚੰਦੂ ਦੀ ਪੁੱਤਰੀ ਦਾ ਸ਼ਗਨ ਮੋੜਿਆ ਸੀ ਨਾ, ਫਿਰ ਦੋ ਸ਼ਗਨ ਲੱਗੇ ਸੀ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ। ਇਹ ਸਾਧ ਸੰਗਤ ਜੀ ਮਹਾਰਾਜ ਦੀ ਸ਼ਹਾਦਤ ਤੋਂ 2 ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਸ਼ ਕਰਵਾਇਆ ਸੀ, ਉਸ ਮੌਕੇ ਦੇ ਉੱਤੇ ਹੀ ਇਹ ਚੰਦੂ ਦੀ ਪੁੱਤਰੀ ਦਾ ਰਿਸ਼ਤਾ ਮੋੜਿਆ ਸੀ। ਤੇ ਫਿਰ ਮਹਾਰਾਜ ਸਾਹਿਬ ਜੀ ਨੇ ਇਹ ਬਾਬੇ ਨਰਾਇਣ ਦਾਸ ਡੱਲੇ ਨਗਰ ਦੇ ਵਾਸੀ ਸਨ, ਉਹਨਾਂ ਦੇ ਪੁੱਤਰੀ ਸਤਿਕਾਰਯੋਗ ਮਾਤਾ ਦਮੋਦਰੀ ਜੀ ਦਾ ਰਿਸ਼ਤਾ ਲਿਆ ਸੀ। ਤੇ ਬਾਬਾ ਹਰੀ ਚੰਦ ਜੀ ਬਾਬਾ ਬਕਾਲਾ ਸਾਹਿਬ ਤੋਂ, ਉਸ ਵੇਲੇ ਸ੍ਰੀ ਬਾਬਾ ਬਕਾਲਾ ਸਾਹਿਬ ਨਗਰ ਦਾ ਨਾਮ ਕੱਲਾ ਹੀ ਬਕਾਲਾ ਸੀ, ਤਾਂ ਉਹਨਾਂ ਦੇ ਪੁੱਤਰੇ ਸਾਡੇ ਸਤਿਕਾਰਯੋਗ ਮਾਤਾ ਨਾਨਕੀ ਜੀ, ਮਾਤਾ ਨਾਨਕੀ ਜੀ ਦਾ ਰਿਸ਼ਤਾ ਵੀ ਲਿਆ ਸੀ। ਇਹ ਦੋਵੇਂ ਸ਼ਗਨ ਇਕੱਠੇ ਲੱਗੇ ਸੀ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ।
ਤਾਂ ਇਹ ਤਾਂ ਮਹਾਰਾਜ ਸਾਹਿਬ ਜੀ ਨੇ ਆਨੰਦ ਕਾਰਜ ਵੀ ਆਪਣੀ ਹਾਜ਼ਰੀ ਵਿੱਚ ਕੀਤਾ ਸੀ। ਡੱਲੇ ਨਗਰ ਵਿੱਚ ਆਪ ਬਰਾਤ ਲੈ ਕੇ ਆਏ ਸੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਉਦੋਂ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸਰੀਰ ਕਾਰਬਲਾ 9 ਸਾਲ ਦੀ ਸੀ, ਕੇਵਲ 9 ਸਾਲ ਦੀ। ਛੋਟੀ ਉਮਰ 'ਚ ਉਹਨਾਂ ਦਿਨਾਂ ਵਿੱਚ ਆਨੰਦ ਕਾਰਜ ਕਰ ਦਿੰਦੇ ਸਨ। ਮਹਾਰਾਜ ਸਾਹਿਬ ਬਰਾਤ ਲੈ ਕੇ ਆਏ ਸੀ ਅੰਮ੍ਰਿਤਸਰ ਸਾਹਿਬ ਤੋਂ, ਜਿਸ ਬਰਾਤ ਵਿੱਚ ਬ੍ਰਹਮ ਗਿਆਨੀ ਗੁਰਸਿੱਖ ਆਏ ਸੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਭਾਈ ਮੰਝ ਜੀ, ਭਾਈ ਸਾਲੋ ਜੀ, ਭਾਈ ਬਹਿਲੋ ਜੀ। ਤੇ ਬਰਾਤ ਇੱਥੇ ਸੁਲਤਾਨਪੁਰ ਲੋਧੀ ਰਾਤ ਠਹਿਰੀ ਸੀ। ਫਿਰ ਇੱਥੋਂ ਅਗਲੇ ਦਿਨ ਤਿਆਰ ਹੋ ਕਰਕੇ ਡੱਲੇ ਨਗਰ ਵਿੱਚ ਗਏ ਸਨ ਤੇ ਮਾਤਾ ਦਮੋਦਰੀ ਜੀ ਦੇ ਨਾਲ ਆਨੰਦ ਕਾਰਜ ਹੋਇਆ ਸੀ। ਸੰਗਤ ਦੇ ਬੇਨਤੀ ਕਰਨ ਤੋਂ ਫਿਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਜੀ ਨੇ ਬੌਲੀ ਸਾਹਿਬ ਦਾ ਟੱਕ ਲਾਇਆ ਸੀ ਨਗਰ ਤੋਂ ਚੜ੍ਹਦੇ ਪਾਸੇ ਬਾਰ-ਬਾਰ, ਤੇ ਭਾਈ ਸਾਲੋ ਜੀ ਨੂੰ ਉਸ ਬੌਲੀ ਦੀ ਰਚਨਾ ਕਰਾਉਣ ਵਾਸਤੇ ਸੇਵਾ ਦਿੱਤੀ ਸੀ ਮਹਾਰਾਜ। ਤਾਂ ਇਸ ਕਰਕੇ ਇਹ ਚੰਦੂ ਜਿਹੜਾ ਦੀਵਾਨ ਹੈ ਉਹ ਵੀ ਈਰਖਾ ਕਰਦਾ ਸੀ ਵੀ ਮੇਰੀ ਪੁੱਤਰੀ ਦਾ ਰਿਸ਼ਤਾ ਮੋੜਿਆ। ਉਹਨੇ ਵੀ ਜਹਾਂਗੀਰ ਬਾਦਸ਼ਾਹ ਦੇ ਕੰਨ ਭਰੇ ਸੀ ਤੇ ਜਹਾਂਗੀਰ ਬਾਦਸ਼ਾਹ ਤੇ ਪਹਿਲਾਂ ਹੀ ਗੁਰੂ ਘਰ ਤੋਂ ਖਫੇ ਸੀ, ਈਰਖਾ ਰੱਖਦਾ ਸੀ। ਤਾਂ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੂੰ ਉਹਨੇ ਫਿਰ ਇਹ ਗੱਲ ਵੀ ਆਖੀ ਵੀ ਤੁਸੀਂ ਆਪਣੀ ਬਾਣੀ ਦੇ ਵਿੱਚ, ਆਪਣੇ ਗ੍ਰੰਥ ਦੇ ਵਿੱਚ ਇੱਕ ਤਾਂ ਮੇਰੀ ਸਿਫਤ ਲਿਖ ਦਿਓ, ਦੂਜਾ ਮੁਹੰਮਦ ਸਾਹਿਬ ਦੀ ਸਿਫਤ ਲਿਖ ਦਿਓ, ਤੇ ਮੇਰਾ ਸੰਨ ਸੰਮਤ ਲਿਖ ਦਿਓ ਵੀ ਇਸ ਸੰਨ ਦੇ ਵਿੱਚ ਜਹਾਂਗੀਰ ਬਾਦਸ਼ਾਹ ਨੇ ਰਾਜ ਕੀਤਾ ਹੈ। ਇਹ ਦਿੱਲੀ ਦਾ, ਲਾਹੌਰ ਦਾ, ਦਿੱਲੀ ਦੇ ਤਖਤ ਦੇ ਉੱਤੇ ਜਹਾਂਗੀਰ ਬਾਦਸ਼ਾਹ ਇਸ ਸੰਨ ਸੰਮਤ ਵਿੱਚ ਹੋਇਆ। ਮਹਾਰਾਜ ਸਾਹਿਬ ਕਹਿਣ ਲੱਗੇ ਵੀ ਇਹ ਧੁਰਕੀ ਬਾਣੀ ਦੇ ਵਿੱਚ ਨਾ ਕਿਸੇ ਦੀ ਸਿਫਤ ਲਿਖੀ ਜਾ ਸਕਦੀ, ਨਾ ਕਿਸੇ ਦੇ ਆਖਿਆਂ ਕੁਝ ਲਿਖਿਆ ਜਾ ਸਕਦਾ, ਨਾ ਕਿਸੇ ਦੇ ਆਖਿਆਂ ਕੁਝ ਕੱਢਿਆ ਜਾ ਸਕਦਾ। ਇਹਦੇ ਵਿੱਚ ਜੋ ਲਿਖਣਾ ਸੀ ਇਹ ਧੁਰਕੀ ਬਾਣੀ ਹੈ, ਵਾਹਿਗੁਰੂ ਦੇ ਹੁਕਮ ਦੇ ਨਾਲ ਲਿਖਿਆ ਗਿਆ ਹੈ। ਇਹਦੇ ਵਿੱਚ ਵਾਧਾ ਘਾਟਾ ਨਹੀਂ ਹੋ ਸਕਦਾ। ਹੋਰ ਕਈ ਗੱਲਾਂ ਸਾਧ ਸੰਗਤ ਜੀ ਹੋਈਆਂ ਤੇ ਫਿਰ ਚੰਦੂ ਪਾਪੀ ਦੇ ਨਾਲ ਗੱਲਬਾਤ ਕਰਕੇ ਗੁਰੂ ਸਾਹਿਬ ਜੀ ਨੂੰ ਚੰਦੂ ਦੀ ਹਵੇਲੀ ਵਿੱਚ ਭੇਜ ਦਿੱਤਾ ਗਿਆ। ਫਿਰ ਮਹਾਰਾਜ ਸਾਹਿਬ ਜੀ ਨੂੰ ਤੇ 5 ਸਿੱਖਾਂ ਨੂੰ ਚੰਦੂ ਨੇ ਆਪਣੀ ਹਵੇਲੀ ਦੇ ਵਿੱਚ ਸਾਧ ਸੰਗਤ ਜੀ ਗ੍ਰਿਫਤਾਰ ਕੀਤਾ। ਉੱਥੇ ਮਹਾਰਾਜ ਸਾਹਿਬ ਜੀ ਨੂੰ ਰੱਖਿਆ ਗਿਆ। ਉਹ ਫਿਰ ਕਿਵੇਂ ਅੱਗੇ ਕਈ ਤਰ੍ਹਾਂ ਦੀ ਕੀਨ ਮਨਾਉਣ ਦਾ ਯਤਨ ਕੀਤਾ ਗਿਆ ਕਿ ਤੁਸੀਂ ਖੁਸਰੋ ਨੂੰ ਪਨਾਹ ਦਿੱਤੀ ਹੈ, ਉਹ ਬਾਤ ਸਰਕਾਰ ਦਾ ਬਾਗੀ ਸੀ, ਇਸ ਕਰਕੇ ਤੁਹਾਨੂੰ 2 ਲੱਖ ਰੁਪਈਆ ਜੁਰਮਾਨਾ ਪਾਇਆ ਜਾਂਦਾ, ਤੁਸੀਂ 2 ਲੱਖ ਜੁਰਮਾਨਾ ਭਰੋ ਸਰਕਾਰ ਨੂੰ। ਕਈ ਗੱਲਾਂ ਬਾਤਾਂ ਕੀਤੀਆਂ ਗਈਆਂ। ਉਹ ਸਾਧ ਸੰਗਤ ਜੀ ਮਹਾਰਾਜ ਦਾ ਇਤਿਹਾਸ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ, ਕਿਉਂਕਿ ਅੱਜ ਤੋਂ 11 ਦਿਨਾਂ ਨੂੰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੋਵੇਗਾ। ਸਾਧ ਸੰਗਤ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ, ਲਾਹੌਰ ਜਾਣ ਤੋਂ ਪਹਿਲਾਂ ਅੱਜ ਦੇ ਦਿਨ ਆਪਣੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ, ਜਿਨ੍ਹਾਂ ਦੀ 11 ਸਾਲ ਦੀ ਸਰੀਰ ਕਾਰਬਲਾ ਸੀ, ਇਹ ਮਹਾਰਾਜ ਸਾਹਿਬ ਜੀ ਨੇ 1663 ਵਿਕਰਮੀ ਸੰਮਤ ਔਰ 1606 ਈਸਵੀ ਸਨ ਨੂੰ ਅੱਜ ਦੇ ਦਿਨ ਗੁਰਿਆਈ ਬਖਸ਼ਿਸ਼ ਕੀਤੀ। ਅੱਜ ਇੰਨੀ ਕੁ ਵਿਚਾਰ ਇਹ ਤਾਂ ਸਾਂਝੀ ਕੀਤੀ ਹੈ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਲਾਹੌਰ ਜਾਣ ਤੋਂ ਪਹਿਲਾਂ ਆਪਣੇ ਸਾਹਿਬਜ਼ਾਦੇ ਨੂੰ ਅੱਜ ਦੇ ਦਿਨ ਗੁਰਤਾ ਗੱਦੀ ਦਾ ਤਖਤ ਬਖਸ਼ਿਸ਼ ਕੀਤਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਸੱਚਾ, ਤਖਤ ਸੱਚਾ, ਵਹਿ ਸੱਚਾ ਕਰੇ ਨਿਹਾਲ। ਜੋ ਸਤਿਗੁਰੂ ਆਪ ਸੱਚੇ ਆ, ਸਤਿਗੁਰਾਂ ਦਾ ਤਖਤ ਸੱਚਾ ਹੈ, ਸਤਿਗੁਰਾਂ ਦਾ ਨਿਆਂ ਸੱਚਾ ਹੈ। ਤਾਂ 6ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੱਜ ਦੇ ਦਿਨ ਮਹਾਰਾਜ ਨੂੰ ਗੁਰਿਆਈ ਪ੍ਰਾਪਤ ਹੋਈ। ਪਰ ਗੁਰਿਆਈ ਦੇ ਤਖਤ ਤੇ ਬੈਠੇ ਕਦੋਂ ਆ? ਉਹ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਸ੍ਰੀ ਸਾਹਿਬ ਪਾਠ ਆਰੰਭ ਕੀਤਾ ਗਿਆ, ਉਹਨਾਂ ਦੇ ਭੋਗ ਸੰਪੂਰਨ ਹੋਏ, ਫਿਰ ਸਾਰੀ ਸੰਗਤ ਦਾ ਇਕੱਠ ਹੋਇਆ, ਫਿਰ ਸਾਰੀ ਮਰਿਆਦਾ ਕੀਤੀ ਗਈ ਬਾਬਾ ਬੁੱਢਾ ਸਾਹਿਬ ਜੀ ਵੱਲੋਂ। ਫਿਰ ਮਹਾਰਾਜ ਸਾਹਿਬ ਜੀ ਤਖਤ ਤੇ ਬੈਠੇ ਗਰੀਬ ਨਵਾਜ਼ ਸਾਹਿਬ। ਅੱਗੇ ਹਾੜ ਦੇ ਮਹੀਨੇ ਦੇ ਵਿੱਚ ਇਹ ਮਹਾਰਾਜ ਸਾਹਿਬ ਜੀ ਦਾ ਮੀਰੀ ਪੀਰੀ ਦਿਵਸ ਆਵੇਗਾ, ਜਦੋਂ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਆਗਿਆ ਮਹਾਰਾਜ ਨੇ ਕੀਤੀ ਸੀ ਕਿ ਹੁਣ ਮਾਲਾ ਨਹੀਂ
ਹੁਣ ਸੇਲੀ ਨਹੀਂ, ਹੁਣ ਇਹਦੇ ਥਾਂ ਦੇ ਉੱਤੇ ਤੁਸੀਂ ਸਾਨੂੰ 2 ਦੇਗਾਂ ਪਵਾਓ ਮੀਰੀ ਪੀਰੀ ਦੀ। ਮਹਾਰਾਜ ਸਾਹਿਬ ਜੀ ਕੁਰਤਾ ਗੱਦੀ ਦੇ ਤਖਤ ਤੇ ਬੈਠਦੇ ਹੋਏ ਆ, ਫਿਰ ਮੀਰੀ ਤੇ ਪੀਰੀ ਦੀਆਂ ਸ੍ਰੀ ਸਾਹਿਬਾਂ ਪਹਿਲੀਆਂ 11 ਸਾਲ ਦੀ ਉਮਰ ਦੇ ਵਿੱਚ। ਐਸੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹ ਸਤਿਗੁਰੂ ਜੀ ਦੇ ਗੁਰਿਆਈ ਪੁਰਬ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਕਿਉਂਕਿ ਗੁਰੂ ਘਰ ਦੇ ਵਿੱਚ ਸਾਧ ਸੰਗਤ ਜੀ ਇਹ ਬਰਾਬਰ ਹੈ ਸਭ ਕੁਝ। ਮਹਾਰਾਜ ਸਾਹਿਬ ਜੀ ਨੇ ਇਹ ਜੀਵਨ ਮੁਕਤੀ ਬਖਸ਼ਿਸ਼ ਕੀਤੀ ਹੈ, ਆਨੰਦ ਬਖਸ਼ਿਸ਼ ਕੀਤਾ ਹੈ। ਪ੍ਰਭੂ ਦੀ ਆਗਿਆ ਵਿੱਚ ਰਹਿਣਾ ਮਹਾਰਾਜ ਸਾਹਿਬ ਜੀ ਨੇ ਦੱਸਿਆ ਹੈ। ਭਾਣੇ ਨੂੰ ਮਿੱਠਾ ਕਰਕੇ ਮੰਨਣਾ ਦੱਸਿਆ। ਇਸ ਕਰਕੇ ਖੁਸ਼ੀ ਕਮੀ ਇਹਦੇ ਤੋਂ ਉੱਪਰ ਹੈ ਗੱਲ ਗੁਰੂ ਘਰ ਦੀ। ਕਿਉਂਕਿ ਜੇ ਵੇਖੀਏ, ਵੇਖੋ ਨਾਲ ਹੀ ਅਗਲੇ ਗੁਰੂ ਸਾਹਿਬ ਜੀ ਨੂੰ ਗੁਰਿਆਈ, ਇਸ ਦੀ ਖੁਸ਼ੀ ਵੀ ਹੈ ਨਾ, ਮਹਾਰਾਜ ਸਾਹਿਬ ਨੂੰ ਗੁਰਿਆਈ ਮਿਲ ਗਈ ਤੇ ਨਾਲ ਹੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ਼ਹਾਦਤ ਦੇਣ ਵਾਸਤੇ ਜਾ ਰਹੇ। ਜੇ ਸੰਸਾਰੀ ਤੌਰ ਤੇ ਵੇਖੀਏ ਤੇ ਇਸ ਗੱਲ ਦਾ ਦੁੱਖ ਵੀ ਤਾਂ ਹੈ, ਪਰ ਗੁਰੂ ਘਰ ਦੀ ਜਿਹੜੀ ਅਵਸਥਾ ਹੈ ਉਹ ਸੁੱਖ ਦੁੱਖ ਤੋਂ ਉੱਪਰ ਹੈ, ਉਹ ਆਨੰਦ ਦੀ ਅਵਸਥਾ ਹੈ, ਉਹ ਭਾਣੇ ਨੂੰ ਮੰਨਣ ਵਾਲੀ ਅਵਸਥਾ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। 6ਵੇਂ ਪਾਤਸ਼ਾਹ ਦੇ ਪਿਆਰ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੀਆਂ 2 ਪੰਕਤੀਆਂ ਪੜ੍ਹ ਕੇ ਸਾਰੇ ਹਾਜ਼ਰੀ ਲਾਈਏ। ਛਠਮ ਪੀਰ ਬੈਠਾ ਗੁਰ ਭਾਰੀ, ਛਠਮ ਪੀਰ ਬੈਠਾ ਗੁਰ ਭਾਰੀ, ਪੀਰ ਬੈਠਾ ਗੁਰ ਭਾਰੀ, ਛਠਮ ਪੀਰ ਬੈਠਾ ਗੁਰ ਭਾਰੀ। ਛਠਮ ਪੀਰ ਬੈਠਾ ਗੁਰ ਭਾਰੀ, ਛਠਮ ਪੀਰ ਬੈਠਾ ਗੁਰ ਭਾਰੀ, ਛਠਮ ਪੀਰ ਬੈਠਾ ਗੁਰ ਭਾਰੀ, ਛਠਮ ਪੀਰ ਬੈਠਾ ਗੁਰ ਭਾਰੀ। 5 ਪਿਆਲੇ 5 ਪੀਰ, 5 ਪਿਆਲੇ 5 ਪੀਰ, 5 ਪਿਆਲੇ 5 ਪੀਰ, 5 ਪਿਆਲੇ 5 ਪੀਰ। ਛਠਮ ਪੀਰ ਬੈਠਾ ਗੁਰ ਭਾਰੀ, ਛਠਮ ਪੀਰ ਬੈਠਾ ਗੁਰ ਭਾਰੀ, ਛਠਮ ਪੀਰ ਬੈਠਾ ਗੁਰ ਭਾਰੀ, ਛਠਮ ਪੀਰ ਬੈਠਾ ਗੁਰ ਭਾਰੀ। ਛਠਮ ਪੀਰ ਬੈਠਾ ਗੁਰ ਭਾਰੀ, ਛਠਮ ਪੀਰ ਬੈਠਾ ਗੁਰ ਭਾਰੀ, ਛਠਮ ਪੀਰ ਬੈਠਾ ਗੁਰ ਭਾਰੀ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਗਏ, ਮੂਰਤ ਹਰ ਗੋਬਿੰਦ ਸਵਾਰੀ, ਅਰਜਨ ਕਾਇਆ ਪਲਟ ਗਏ, ਮੂਰਤ ਹਰ ਗੋਬਿੰਦ ਸਵਾਰੀ। ਅਰਜਨ ਕਾਇਆ ਪਲਟ ਗਏ, ਮੂਰਤ ਹਰ ਗੋਬਿੰਦ ਸਵਾਰੀ, ਅਰਜਨ ਕਾਇਆ ਪਲਟ ਗਏ, ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਨ ਵਾਰੋ ਵਾਰੀ, ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਨ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰਮਾ। ਵੱਡ ਜੋਧਾ ਬਹੁ ਭਾਰੇ ਉਪਕਾਰੀ, ਵੱਡ ਜੋਧਾ ਬਹੁ ਭਾਰੇ ਉਪਕਾਰੀ, ਵੱਡ ਜੋਧਾ ਬਹੁ ਭਾਰੇ ਉਪਕਾਰੀ, ਵੱਡ ਜੋਧਾ ਬਹੁ ਭਾਰੇ ਉਪਕਾਰੀ। ਵੱਡੇ ਯੋਧੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮਹਾਨ ਪਰਉਪਕਾਰੀ ਸੂਰਮੇ, ਦਲਾਂ ਨੂੰ ਭੰਨ ਦੇਣ ਵਾਲੇ ਸਤਿਗੁਰੂ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ। ਸਤਿਗੁਰੂ ਮੀਰੀ ਪੀਰੀ ਦੇ ਮਾਰਗ 6ਵੇਂ ਪਾਤਸ਼ਾਹ ਤੋਂ ਲੜੀਵਾਰ ਰੂਪ ਦੇ ਵਿੱਚ ਸਾਧ ਸੰਗਤ ਜੀ ਸਿੱਧ ਗੋਸ਼ਟ ਬਾਣੀ ਦੀ ਵਿਚਾਰ 11 ਪੌੜੀਆਂ ਦੀ ਪਿਛੇ ਹੋ ਚੁੱਕੀ ਹੈ। 12ਵੀਂ ਪੌੜੀ ਤੋਂ ਆਰੰਭਤਾ ਹੋ ਰਹੀ ਹੈ। 939 ਅੰਕ ਤੇ
ਜਿਵੇਂ ਸਿੱਧ ਮਹਾਰਾਜ ਸਾਹਿਬ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਸਵਾਲ ਕਰਦੇ ਹਨ, ਉਹਨਾਂ ਦਾ ਉੱਤਰ ਮਹਾਰਾਜ ਸਾਹਿਬ ਜੀ ਦਿੰਦੇ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਵਨ ਸੋ ਗੁਪਤਾ ਕਵਨ ਸੋ ਮੁਕਤਾ। ਇਹ ਸਿੱਧਾਂ ਵੱਲੋਂ ਪਹਿਲਾ ਸਵਾਲ ਇੱਥੇ ਹੋਇਆ ਇਸ ਪੌੜੀ ਦੇ ਵਿੱਚ। ਕਹਿੰਦੇ ਵੀ ਸਤਿਗੁਰੂ ਜੀ ਦੱਸੋ, ਕਵਨ ਸੋ ਗੁਪਤਾ, ਗੁਪਤ ਕੌਣ ਹੈ? ਅਥਵਾ ਦੂਜਾ ਭਾਵ ਇਸ ਸਵਾਲ ਦਾ ਹੈ ਕਿ ਉਹ ਪਰਮੇਸ਼ਰ ਵਾਹਿਗੁਰੂ ਕਵਨ ਸੋ ਗੁਪਤਾ, ਕਿੰਨਾ ਵਾਸਤੇ ਗੁਪਤ ਹੈ, ਕਿੰਨਾ ਨੂੰ ਗੁਪਤ ਹੈ? ਕਵਨ ਸੋ ਮੁਕਤਾ, ਫਿਰ ਮਹਾਰਾਜ ਦੱਸੋ ਵੀ ਮੁਕਤ ਕੌਣ ਹੈ, ਬੰਧਨ ਕਿਸ ਦੇ ਕੱਟੇ ਗਏ ਹਨ? ਕਵਨ ਸੋ ਅੰਤਰ ਬਾਹਰ ਜੁਗਤਾ। ਮਹਾਰਾਜ ਇੱਕ ਸਾਡਾ ਇਹ ਸਵਾਲ ਹੈ, ਕੌਣ ਹੈ ਜੋ ਅੰਦਰ ਬਾਹਰ ਜੁੜਿਆ ਹੋਇਆ ਹੈ? ਕਵਨ ਸੋ ਆਵੈ ਕਵਨ ਸੋ ਜਾਏ। ਮਹਾਰਾਜ ਆਉਂਦਾ ਕੌਣ ਹੈ ਤੇ ਜਾਂਦਾ ਕੌਣ ਹੈ? ਕਵਨ ਸੁਤਰ ਪਵਨ ਰਹਿਆ ਸਮਾਏ। ਮਹਾਰਾਜ ਇਹ ਵੀ ਦੱਸੋ ਕਿ ਤਿੰਨਾਂ ਭਾਵਨਾਵਾਂ ਦੇ ਵਿੱਚ ਕੌਣ ਸਮਾ ਰਿਹਾ ਹੈ? ਕੌਣ ਹੈ ਸੋ ਉਹ ਜਿਹੜਾ ਤਿੰਨਾਂ ਭਾਵਨਾਵਾਂ ਦੇ ਵਿੱਚ ਸਮਾਇਆ ਹੋਇਆ ਹੈ? ਇਹ 12ਵੀਂ ਪੌੜੀ ਦੇ ਵਿੱਚ ਸਿੱਧਾਂ ਵੱਲੋਂ ਸਵਾਲ ਆ ਤੇ ਇਹਦੇ ਜਵਾਬ ਮਹਾਰਾਜ ਅੱਗੇ 13ਵੀਂ ਪੌੜੀ ਵਿੱਚ ਇਸ ਤਰ੍ਹਾਂ ਦਿੰਦੇ ਹਨ। ਘਟ ਘਟ ਗੁਪਤਾ ਗੁਰਮੁਖ ਮੁਕਤਾ। ਗਰੀਬ ਨਵਾਜ ਸਾਹਿਬ ਕਹਿੰਦੇ ਵੀ ਘਟ ਘਟ ਗੁਪਤਾ। ਪਹਿਲਾ ਸਵਾਲ ਸੀ ਸਿੱਧਾਂ ਦਾ, ਕਵਨ ਸੋ ਗੁਪਤਾ, ਇਹ ਗੁਪਤ ਕੌਣ ਹੈ? ਮਹਾਰਾਜ ਕਹਿੰਦੇ ਇਹਦਾ ਉੱਤਰ ਸਿੱਧੋ ਘਟਾ ਘਟਾਂ ਦੇ ਵਿੱਚ ਪਰਮੇਸ਼ਰ ਵਸ ਰਿਹਾ ਹੈ, ਪਰ ਉਹ ਗੁਪਤ ਰੂਪ ਦੇ ਵਿੱਚ ਵਸ ਰਿਹਾ। ਹਰੇਕ ਹਿਰਦੇ ਹਿਰਦੇ ਦੇ ਵਿੱਚ, ਹਰੇਕ ਖਾਣੀ ਖਾਣੀ ਦੇ ਅੰਦਰ, ਹਰੇਕ ਘਟ ਘਟ ਦੇ ਵਿੱਚ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਘਟਾਂ ਘਟਾਂ ਵਿੱਚ ਹਰੀ ਜੀ ਵਸੇ ਹੋਏ ਆ, ਪਰ ਗੁਪਤ ਰੂਪ ਵਿੱਚ ਵਸੇ ਹੋਏ। ਵਸਿਆ ਸਾਰੇ ਥਾਵਾਂ ਤੇ ਪਰਮੇਸ਼ਰ ਹੈ, ਪਰ ਪ੍ਰਗਟ ਨਹੀਂ ਹੈ, ਗੁਪਤ ਹੈ। ਗੁਰਮੁਖਾਂ ਨੂੰ ਪ੍ਰਗਟ ਹੈ। ਦੂਜਾ ਇਸੇ ਹੀ ਸਵਾਲ ਦਾ ਉੱਤਰ ਹੈ, ਕਵਨ ਸੋ ਗੁਪਤਾ, ਉਹ ਪਰਮੇਸ਼ਰ ਜੋ ਘਟਾਂ ਘਟਾਂ ਵਿੱਚ ਪਰਿਪੂਰਨ ਹੈ, ਉਹ ਕਿੰਨਾ ਵਾਸਤੇ ਗੁਪਤ ਹੈ? ਕਿੰਨਾ ਨੂੰ ਉਹ ਨਹੀਂ ਦਿਸਦਾ ਹੈ? ਤਾਂ ਇਸ ਦਾ ਉੱਤਰ ਮਹਾਰਾਜ ਕਹਿੰਦੇ ਘਟ ਘਟ ਗੁਪਤਾ। ਘਟ ਘਟ ਵਿੱਚ ਪਰਮੇਸ਼ਰ ਵਸਿਆ ਤਾਂ ਹੋਇਆ, ਇਹ ਪਰਿਪੂਰਨਤਾ ਹੈ, ਪਰ ਮਨਮੁਖਾਂ ਵਾਸਤੇ ਉਹ ਗੁਪਤ ਹੈ। ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ, ਤੇਰਾ ਭਾਉ ਨਾ ਬੁੱਝਾ ਹੈ ਗਵਾਰੀ। ਆਖਿਆ ਜੋ ਗਵਾਰ ਬੇਸਮਝ ਜੀਵ ਮਨਮੁਖ ਜੀਵ ਹੈ, ਉਹ ਪਰਮੇਸ਼ਰ ਨੂੰ ਬੁੱਝਦਾ ਨਹੀਂ ਹੈ, ਸਮਝਦਾ ਨਹੀਂ ਹੈ। ਮਨਮੁਖਾਂ ਵਾਸਤੇ ਉਹ ਪਰਮੇਸ਼ਰ ਗੁਪਤ ਹੈ। ਗੁਰਮੁਖਾਂ ਨੂੰ ਪ੍ਰਗਟ ਹੋ ਗਿਆ, ਜਿਹੜੇ ਗੁਰੂ ਦੀ ਸ਼ਰਨ ਪਾਏ ਉਹਨਾਂ ਨੂੰ ਪ੍ਰਗਟ ਹੋ ਗਿਆ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਜਿੱਥੇ ਸਿੱਧ ਸਵਾਲ ਕਰ ਰਹੇ ਨੇ, ਉਹਨਾਂ ਦੇ ਉੱਤਰ ਦੇ ਰਹੇ ਮਹਾਰਾਜ ਸਿੱਧ ਗੋਸ਼ਟ ਬਾਣੀ ਦੇ ਅੰਦਰ। ਇਸੇ ਤਰ੍ਹਾਂ ਅਰਬ ਦੇ ਇਲਾਕੇ ਦੇ ਵਿੱਚ ਇੱਕ ਪੀਰ ਨੇ ਮਹਾਰਾਜ ਨੂੰ ਸਵਾਲ ਕੀਤਾ ਸੀ। ਉਹਦਾ ਸਵਾਲ ਵੀ ਇਸ ਤਰ੍ਹਾਂ ਦਾ ਹੀ ਸੀ, ਕਿਉਂਕਿ ਸਵਾਲੀ ਸਾਰੇ ਸੰਸਾਰ 'ਚ ਹੀ ਮਹਾਰਾਜ ਨੂੰ ਮਿਲਦੇ ਰਹੇ। ਲੋੜਵੰਦ ਸਵਾਲੀ, ਸਵਾਲ ਕਰਨ ਵਾਲੇ, ਤੇ ਮਹਾਰਾਜ ਸਾਹਿਬ ਜੀ ਹਰ ਇੱਕ ਦੇ ਸਵਾਲਾਂ ਦੇ ਜਵਾਬ ਦਿੰਦੇ ਨੇ। ਉਹ ਪੀਰ ਦਾ ਸਵਾਲ ਸੀ, ਉਹਨੇ ਆਖਿਆ ਜੀ ਖੁਦਾ ਜੇ ਸਾਰੇ ਥਾਵਾਂ ਤੇ ਵਸਦਾ ਹੈ ਤੇ ਦਿਸਦਾ ਕਿਉਂ ਨਹੀਂ? ਖੁਦਾ ਦਿਸਦਾ ਕਿਉਂ ਨਹੀਂ? ਸਤਿਗੁਰੂ ਕਹਿੰਦੇ ਉਹਨੂੰ ਵੇਖਣ ਵਾਸਤੇ ਯਤਨ ਕਰਨਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ। ਵੇਖੋ ਸਾਧ ਸੰਗਤ ਜੀ, ਪਦਾਰਥ ਨੂੰ ਪ੍ਰਾਪਤ ਕਰਨ ਵਾਸਤੇ ਵੀ ਮਿਹਨਤ ਕਰਨੀ ਪੈਂਦੀ ਹੈ। ਪਦਾਰਥ ਵੀ ਮਿਹਨਤ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਪਦਾਰਥ ਵਾਸਤੇ ਵੀ ਬੰਦੇ ਨੂੰ ਉਦਮ ਕਰਨਾ ਪੈਂਦਾ। ਖੇਤੀ ਫਸਲਾਂ ਬੀਜਦੇ ਕਿੰਨੀ ਮਿਹਨਤ ਕਰਦਾ ਹੈ ਜ਼ਿਮੀਂਦਾਰ, ਫਿਰ ਜਾ ਕਰਕੇ ਕਿਤੇ 6 ਮਹੀਨਿਆਂ ਦੀ ਮਿਹਨਤ ਦੇ ਬਾਅਦ ਕਿਤੇ ਫਸਲ ਜਿਹੜੀ ਆ ਉਹ ਪ੍ਰਾਪਤ ਹੁੰਦੀ ਹੈ। ਪਦਾਰਥ ਦੀ ਪ੍ਰਾਪਤੀ ਵਾਸਤੇ ਮਿਹਨਤ ਕਰਨੀ ਪੈਂਦੀ ਹੈ,
ਤੇ परमात्मा की प्राप्ति वास्ते भी मेहनत करनी पैंदी। महाराज ने आख्या मेहनत की है करने वाले। आपां जपजी साहिब का पाठ करते हाँ तो श्लोक दियां अखीरलियां पंक्तियां मेहनत की गल करदे। आख्या जिनी नाम ध्याया गए मसक्कत घाल, मसक्कत मेहनत। जिन्होंने नाम ध्याया उन्होंने मसक्कत घाली, उन्होंने मेहनत की। नानक ते मुख उजले खेती छुट्टी नाल। सतगुरु कहते पीर जी मेहनत दे नाल आराधना दे नाल उसका दर्शन प्राप्त हुंदा ते समा लगता है, कुछ धीरज भी रखना पैंदा। फिर प्रभु दिसदे है कि सर्व व्यापक आ। उत्थे गरीब नवाज साहब जी ने पीर नूं इस तरह समझाया सी। महाराज कहते दुध मंगाओ, एक बर्तन दुध का मंगा लिया। सतगुरु कहते पीर जी ये दुध दे विच घिओ है या कि नहीं है? उन्हें कहा जी है आ दुध दे विच घिओ। महाराज कहते दिसदा ते है नहीं। गुरु साहब कहते दुध विच जे घिओ है तो दिसदा क्यों नहीं? पीर कहता जी वो वेखण वास्ते यतन करना पैंदा कि दुध नूं पहलों उबाला देना पैंदा वा, फिर ठंडा करना पैंदा, फिर उन्होंने जाग लाउणी पैंदी, खट्टा लाउणा पैंदा, फिर कोई समय वास्ते टिका के रखना पैंदा, फिर रिड़कना पैंदा मधानी नाल, फिर मक्खण कढ़ना पैंदा, फिर मक्खण नूं गर्म करना पैंदा, फिर जाके घिओ बनदा। इन्नी मेहनत तो बाद घिओ दिसदा। सतगुरु कहते घिओ है तां है ना दुध दे विच। कहता जी बूंद बूंद विच घिओ आ। सतगुरु कहते इसे तरह जरे जरे विच परमात्मा वा, यतन करना पैंदा। जिवें जाग लाउणी पैंदी है ना दुध नूं, जिवें उबाला देना पैंदा, इसे तरह जप तप करना पैंदा, जप तप करना पैंदा। जिवें दुध नूं जाग लाई दी, इसे तरह गुरु के उपदेश की जाग लाउणी पैंदी। अपने आप नूं जाग लाउणी पैंदी है गुरु के उपदेश की। ते फिर कुछ समय वास्ते जिवें टिका के रखीदा है, जाग ला के उहदा दही जमदा है, इस तरह कुछ समय वास्ते धीरज भी रखनी पैंदी ते फिर परमात्मा का दर्शन प्राप्त हुंदा। गुरबाणी अंदर धन श्री गुरु अर्जन देव साहब महाराज कहते परमात्मा इस तरह सारे पासे व्यापक हो रहा है, जिवें दुध दे विच घिओ व्यापक है ते जिवें बनस्पति दे विच अग व्यापक है। हरेक दरख्त दे विच अग है, हरेक लकड़ दे विच अग है, पर दिसदी नहीं है, विच ही है। जदों बाहरों अग बाली जाती है फिर विचली अग प्रगट होंदी है। जदों चुल्हे दे विच बालन बालिया जाता पहलों अग बाहरों लाउणी पैंदी है, फिर वार वार ते नहीं लाउणी पैंदी। एक ना अग बालन दी देर आ, फिर जिन्नी लंबी लकड़ वा भावें 10 फुट दी होवे भावें 15 फुट दी होवे, फिर वो मच जाती सारी, उहदे विचों अग निकल आउंदी। लकड़ दे विच वनस्पति दे विच अग है, पर प्रगट उदों होंदी जदों बाहरों लाई। दुध दे विच घिओ है, पर प्रगट उदों हुंदा जदों बाहरों जाग लाई जाती। महाराज ने बाणी च आख्या सगल बनस्पत महकै संतर, सगल दूध महकीया, ऊच नीच मह जोत समाणी, घाट घाट माधो जीया। सतगुरु कहते हे सिद्धो घट घट गुप्ता, वो घटा घटा विच व्यापक है, पर मनमुखां वास्ते मन मर्जी करन वालियां वास्ते वो गुप्त है, उन्होंने नहीं दिसदा। जिहड़े गुरु की शरण विच पैंदे गुरु के उपदेश की जाग लाउंदे आ, उन्होंने फिर जो गुप्त हो रहा वो प्रगट हो जाता। ये पहले सवाल का जवाब महाराज ने दिता। उन्होंने पूछा सी कमन सो गुप्ता, भी कौन गुप्त है? महाराज कहते घटा घटा विचों निर्गुण स्वरूप परमेश्वर गुप्त रूप विच व्यापक है। दूजा सवाल सिद्धा ने किया सी कमन सो मुक्ता, मुक्ता कौन है? मुक्ता उन्होंने कहा जाता, मुक्त उसनों कहा जाता जिहदे बंधन कटे जाण। बंधन किहड़े हन? जिन्ने विकार, जिन्ने अवगुण, जिन्ने पाप, ये सारे बंधन हैं साध संगत।
ਕਾਮ ਵੀ ਬੰਧਨ ਹੈ, ਕ੍ਰੋਧ ਵੀ ਬੰਧਨ ਹੈ, ਲੋਭ ਵੀ, ਮੋਹ, ਹੰਕਾਰ, ਝੂਠ, ਨਿੰਦਿਆ, ਚੁਗਲੀ, ਈਰਖਾ, ਵਕੀਲੀ। ਇਹ ਉਸਤਤੀ, ਨਿੰਦਿਆ, ਹੰਗਤਾ, ਮਮਤਾ, ਕਰਤਾ, ਭੋਗਤਾ ਦੇ ਕਈ ਤਰ੍ਹਾਂ ਦੇ ਬੰਧਨ ਹਨ ਜੀਵ ਨੂੰ ਪਏ ਹੋਏ। ਇਹਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ ਹੈ ਅੰਮ੍ਰਿਤ ਬਾਣੀ ਵਿੱਚ ਇਸ ਤਰ੍ਹਾਂ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿੰਨੇ ਔਗਣ ਵਾਏ ਸਾਰੇ ਜੰਜੀਰ ਵਾਏ, ਸਾਰੇ ਹੱਥ ਘੜੀਆਂ, ਬੇੜੀਆਂ, ਬੰਧਨ ਹਨ। ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਜੇ ਗੁਣ ਪ੍ਰਾਪਤ ਹੋਣ ਤੇ ਫਿਰ ਗੁਣ ਔਗਣਾਂ ਨੂੰ ਕੱਟਣ। ਗੁਣ ਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਹੁੰਦੇ। ਇਸ ਕਰਕੇ ਇਹ ਬੰਧਨ ਹੈ। ਸਿੱਧਾ ਨੇ ਆਖਿਆ ਜੀ ਮੁਕਤ ਕੌਣ ਹੈ, ਬੰਧਨਾਂ ਤੋਂ ਰਹਿਤ ਕੌਣ ਹੈ? ਤੇ ਮਹਾਰਾਜ ਕਹਿੰਦੇ ਗੁਰਮੁਖ ਮੁਕਤਾ। ਜਿਹੜਾ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਪੈਂਦਾ ਹੈ ਨਾ, ਗੁਰੂ ਦਾ ਉਪਦੇਸ਼ ਲੈਂਦਾ, ਉਹ ਗੁਰਮੁਖ ਬੰਧਨਾਂ ਤੋਂ ਰਹਿਤ ਹੋ ਕੇ ਮੁਕਤ ਹੋ ਜਾਂਦਾ ਹੈ। ਉਹਨੂੰ ਉਸਤਤੀ, ਨਿੰਦਿਆ ਦੇ, ਹਰਖ ਸੋਗ ਦੇ ਇਹ ਬੰਧਨ ਨਹੀਂ ਰਹਿ ਜਾਂਦੇ। ਇਹ ਉਸਤਤੀ, ਨਿੰਦਿਆ ਵੀ ਸਾਧ ਸੰਗਤ ਜੀ ਬੰਧਨ ਹੈ। ਹਰੇਕ ਜੀਵ ਚਾਹੁੰਦਾ ਹੈ ਕਿ ਮੇਰੀ ਉਸਤਤੀ ਹੋਵੇ। ਆਪਣੀ ਉਸਤਤੀ ਸੁਣ ਕਰਕੇ ਖੁਸ਼ ਹੋਣਾ ਇਹ ਵੀ ਇੱਕ ਤਰ੍ਹਾਂ ਦਾ ਬੰਧਨ ਹੈ। ਆਪਣੀ ਨਿੰਦਿਆ ਸੁਣ ਕਰਕੇ ਘਬਰਾਉਣਾ ਇਹ ਵੀ ਇੱਕ ਤਰ੍ਹਾਂ ਦਾ ਬੰਧਨ ਹੈ। ਇਨਸਾਨ ਕਹਿੰਦਾ ਉਸਤਤੀ ਹੋਵੇ ਮੈਂ ਸੁਣਾ ਪਰ ਮੇਰੀ ਹੋਵੇ, ਨਿੰਦਿਆ ਹੋਵੇ ਮੈਂ ਸੁਣਾ ਪਰ ਦੂਜੇ ਦੀ ਹੋਵੇ, ਦੂਜੇ ਦੀ ਨਿੰਦਿਆ ਹੋਵੇ ਮੇਰੇ ਕੰਨਾਂ ਵਿੱਚ ਪਵੇ। ਇਹ ਵੀ ਮਹਾਰਾਜ ਕਹਿੰਦੇ ਬੰਧਨ ਹੈ। ਗੁਰੂ ਸਾਹਿਬ ਨੇ ਕੱਲੀ ਨਿੰਦਿਆ ਕਰਨ ਤੋਂ ਨਹੀਂ ਰੋਕਿਆ, ਨਿੰਦਿਆ ਸੁਣਨ ਤੋਂ ਵੀ ਰੋਕਿਆ। ਤੇ ਕੱਲੀ ਨਿੰਦਿਆ ਸੁਣਨ ਤੇ ਕਰਨ ਤੋਂ ਹੀ ਨਹੀਂ ਰੋਕਿਆ, ਉਸਤਤੀ ਤੋਂ ਵੀ ਰੋਕਿਆ। ਮਹਾਰਾਜ ਕਹਿੰਦੇ ਉਸਤਤੀ ਕਰਨੀ ਤੇ ਉਸਤਤੀ ਸੁਣਨੀ ਇਹ ਵੀ ਆਦਤ ਬੁਰੀ। ਫੋਕੀ ਉਸਤਤੀ, ਫੋਕੀ ਖੁਸ਼ਾਮਦ। ਜਿਹੜੀ ਸੱਚੀ ਉਸਤਤੀ ਉਹ ਤਾਂ ਮਹਾਰਾਜ ਕਹਿੰਦੇ ਕਰ। ਤੂੰ ਗੁਰੂ ਸਾਹਿਬ ਜੀ ਦੀ ਸੱਚੀ ਉਸਤਤੀ ਕਰ, ਗੁਰੂ ਕੀ ਸਿਫਤ ਕਰ ਜਿੰਨੀ ਤੇਰੇ ਤੋਂ ਹੁੰਦੀ, ਗੁਰੂ ਕੀ ਮਹਿਮਾ ਕਰ ਜਿੰਨੀ ਕਰ ਸਕਦਾ। ਸੱਚੀ ਉਸਤਤੀ ਕਰ। ਨਿੰਦਿਆ ਕਰਨੀ ਔਗਣਾਂ ਦੀ ਕਰ, ਵਕਾਰਾਂ ਦੀ ਕਰ, ਪਾਪਾਂ ਦੀ ਕਰ। ਪਰ ਸੰਸਾਰ ਦੀ ਉਸਤਤੀ, ਨਿੰਦਿਆ ਦੋਨਾਂ ਤੋਂ ਮਹਾਰਾਜ ਨੇ ਵਰਜਿਆ। ਗੁਰੂ ਸਾਹਿਬ ਜੀ ਨੇ ਆਖਿਆ ਕਿ ਇਹ ਦੋਨਾਂ ਨੂੰ ਛੱਡ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਨਾ। ਪਰ ਨਾਲ ਹੀ ਕਹਿ ਦਿੱਤਾ ਜਨ ਨਾਨਕ ਇਹੋ ਖੇਲ ਕਠਨ ਹੈ। ਇਹ ਔਖਾ ਖੇਲ ਹੈ ਖੇਲਣਾ। ਜੀਵ ਉਸਤਤੀ ਨਿੰਦਿਆ ਵਿੱਚ ਹੀ ਫਸਿਆ ਹੋਇਆ, ਐਵੇਂ ਫੋਕੀਆਂ ਉਸਤਤੀ ਕਰਦਾ ਰਹਿੰਦਾ। ਕਿਸੇ ਕੋਈ ਆਪਣੀ ਲੋੜ, ਕੋਈ ਇੱਛਾ ਦੀ ਪੂਰਤੀ ਵਾਸਤੇ ਫੋਕੀ ਖੁਸ਼ਾਮਦ ਕਰਦਾ। ਸਤਿਗੁਰੂ ਕਹਿੰਦੇ ਉਸਤਤੀ ਕਰਨੀ ਆ ਗੁਰੂ ਦੀ ਕਰ, ਉਸਤਤੀ ਕਰਨੀ ਆ ਗੁਰੂ ਕੇ ਪਿਆਰੇ ਸਿੱਖਾਂ ਦੀ ਕਰ, ਉਸਤਤੀ ਕਰਨੀ ਆ ਜਿਹੜੇ ਮਹਾਨ ਗੁਰੂ ਕੇ ਕਰਨੀ ਕਮਾਈ ਵਾਲੇ ਆ। ਬਾਬਾ ਬੁੱਢਾ ਸਾਹਿਬ ਜੀ ਐਸੇ ਗੁਰਸਿੱਖਾਂ ਦੀ ਉਸਤਤੀ ਕਰ ਸਕਦੇ। ਬਾਬਾ ਬਿਧੀ ਚੰਦ ਸਾਹਿਬ ਜੀ। ਪਰ ਸੰਸਾਰ ਦੀ ਉਸਤਤੀ ਤੋਂ ਮਹਾਰਾਜ ਸਾਹਿਬ ਜੀ ਨੇ ਵਰਜਿਆ। ਗਰੀਬ ਨਵਾਜ ਨੇ ਇੱਕ ਵਾਰੀ ਨਹੀਂ, ਬਾਣੀ ਚ ਬੇਅੰਤ ਵਾਰੀ ਆਖਿਆ। ਨਾਲੇ ਕਹਿ ਦਿੱਤਾ ਵੀ ਇਹ ਔਖੀ ਖੇਡ ਵਾ, ਸੰਸਾਰ ਤੇ ਫਸਿਆ ਹੀ ਇਸੇ ਵਿੱਚ ਪਿਆ। ਜਾਂ ਕਿਸੇ ਦੀ ਨਿੰਦਿਆ ਕਰਦਾ, ਜਾਂ ਕਿਸੇ ਦੀ ਉਸਤਤੀ ਕਰਦਾ। ਇਹ ਬੰਧਨ ਪਏ ਹੋਏ। ਬੰਧਨ ਬੰਧਨ ਹੀ ਆ, ਭਾਵੇਂ ਲੋਹੇ ਦੀ ਹੱਥ ਘੜੀ ਹੋਵੇ ਤੇ ਭਾਵੇਂ ਸੋਨੇ ਦੀ ਹੋਵੇ, ਹੁੰਦੇ ਤੇ ਬੰਧਨ ਹੀ। ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਣਾ। ਕਿਸੇ ਗੁਰਮੁਖ ਨੇ ਆਖਿਆ ਇਸ ਖੇਲ ਨੂੰ ਖੇਲਣਾ ਜਾਣਿਆ ਜਿਹਨੇ ਉਸਤਤੀ ਤੇ ਨਿੰਦਿਆ ਨੂੰ ਤਿਆਗ ਦਿੱਤਾ। ਭੋਗ ਦੇ ਸ਼ਲੋਕ ਆਪਾਂ ਸਰਵਣ ਕਰਦੇ ਹਾਂ ਜਦੋਂ ਸ੍ਰੀ ਸਹਿਜ ਪਾਠ ਭੋਗ ਪੈਂਦਾ ਹੈ ਜਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸੰਪੂਰਨ ਹੁੰਦੇ। ਤੇ ਭੋਗ ਦੇ ਸ਼ਲੋਕਾਂ ਵਿੱਚ ਨਾਵੇਂ ਪਾਤਸ਼ਾਹ ਨੇ ਮੁਕਤੀ ਦੀ ਜਦੋਂ ਗੱਲ ਕੀਤੀ ਤੇ ਕਹਿ ਦਿੱਤਾ ਉਸਤਤ ਨਿੰਦਿਆ ਨਾਹੇ ਜਿਹੇ ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਮੁਕਤ ਉਹ ਹੈ ਜੋ ਉਸਤਤੀ ਨਿੰਦਿਆ ਤੋਂ ਰਹਿਤ ਹੈ। ਕੰਚਨ ਲੋਹ ਸਮਾਨ, ਜਿਹਨੂੰ ਲੋਹਾ ਸੋਨਾ ਇੱਕੋ ਜਿਹਾ ਲੱਗਦਾ। ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ। ਖੁਸ਼ੀ ਤੇ ਗਮੀ ਵਿੱਚ ਜਿਹੜਾ ਇੱਕੋ ਜਿਹਾ ਹੈ, ਜਿਹਦੇ ਹਿਰਦੇ ਤੇ ਨਾ ਖੁਸ਼ੀ ਪ੍ਰਭਾਵ ਪਾਉਂਦੀ ਹੈ ਨਾ ਗਮੀ ਪ੍ਰਭਾਵ ਪਾਉਂਦੀ ਹੈ। ਦੋਨਾਂ ਵਿੱਚ ਜਿਸ ਦੀ ਬਿਰਤੀ ਸਮ ਰਹਿੰਦੀ, ਬਰਾਬਰ ਰਹਿੰਦੀ ਹੈ। ਖੁਸ਼ੀ ਵਿੱਚ ਹੰਕਾਰੀ ਨਹੀਂ ਹੁੰਦਾ,
ਤੇ ਗਮੀ ਦੇ ਵਿੱਚ ਦੁਖੀ ਨਹੀਂ ਹੁੰਦਾ। ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ। ਵੈਰੀ ਨੂੰ ਤੇ ਮਿੱਤਰ ਨੂੰ ਜਿਹੜਾ ਇੱਕੋ ਜਿਹਾ ਸਮਝਦਾ ਉਹ ਮੁਕਤ ਆ। ਕਿਉਂ ਮੁਕਤ ਹੈ? ਕਿਉਂਕਿ ਉਹਦੇ ਅੰਦਰ ਤਾਂ ਭਾਵਨਾ ਹੀ ਨਹੀਂ ਵੈਰ ਭਾਵ ਵਾਲੀ। ਕਿਉਂਕਿ ਸੰਸਾਰ ਦੇ ਨਾਲ ਵੈਰ ਕਰੀਏ ਤੇ ਸੰਸਾਰ ਇਹ ਨਹੀਂ ਕਿ ਫੇਰ ਹੀ ਵੈਰ ਕਰਦਾ। ਜਿਹੜਾ ਵੈਰ ਨਹੀਂ ਵੀ ਕਰਦਾ, ਨਿਰਵੈਰ ਨਾਲ ਵੀ ਸੰਸਾਰ ਵੈਰ ਕਰਦਾ। ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਗੁਰਿਆਈ ਪੁਰਬ ਹੈ। ਸਤਿਗੁਰੂ ਗੁਰਿਆਈ ਦੇ ਕੇ ਲਾਹੌਰ ਨੂੰ ਜਾ ਰਹੇ ਆ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਕਿਸੇ ਨਾਲ ਵੈਰ ਤਾਂ ਨਹੀਂ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੋਂ ਵੱਡਾ ਸ਼ਾਂਤ ਕੌਣ ਹੋ ਸਕਦਾ? ਇਹ ਤੋਂ ਵੱਡੀ ਸ਼ਾਂਤੀ ਕਿੱਥੋਂ ਕੋਈ ਭਾਲ ਸਕਦਾ? ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਰਗੀ ਸ਼ਾਂਤੀ ਕਿਸੇ ਕੋਲੇ ਮਿਲੇਗੀ? ਇੰਨਾ ਸ਼ਾਂਤ ਸਰੂਪ ਹਿਰਦਾ, ਕਿਸੇ ਨਾਲ ਕੋਈ ਵੈਰ ਨਹੀਂ ਹੈ। ਪਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਨਾਲ ਵੀ ਦੁਸ਼ਟਾਂ ਨੇ, ਜ਼ਾਲਮਾਂ ਨੇ ਵੈਰ ਕੀਤਾ। ਮਹਾਰਾਜ ਸਾਹਿਬ ਜੀ ਨੂੰ ਵੀ ਤੱਤੀ ਲੋਹ ਤੇ ਬਿਠਾਇਆ, ਸੀਸ ਵਿੱਚ ਤੱਤਾ ਰੇਤਾ ਪਾਇਆ, ਉਬਲ ਦੀ ਦੇਗ ਵਿੱਚ ਬਿਠਾਇਆ। ਸੰਸਾਰ ਨਿਰਵੈਰਾਂ ਨਾਲ ਵੀ ਵੈਰ ਕਰਦਾ ਹੈ, ਪਰ ਮੁਕਤ ਉਹ ਹੈ ਜਿਹੜਾ ਵੈਰੀ ਦੇ ਨਾਲ ਵੀ ਵੈਰ ਭਾਵ ਨਹੀਂ ਰੱਖਦਾ। ਮਿੱਤਰ ਦੇ ਨਾਲ ਮਿੱਤਰਤਾ ਭਾਵ ਨਹੀਂ ਹੈ। ਇੱਕ ਰਸ ਹੈ ਦੋਨਾਂ ਦੇ ਨਾਲ। ਮਹਾਰਾਜ ਕਹਿੰਦੇ ਬਰਾਬਰ ਦੋਨਾਂ ਨੂੰ ਸਮਝਦਾ, ਉਹ ਮੁਕਤ ਹੈ। ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਤਾਂ ਇੱਥੇ ਸਤਿਗੁਰੂ ਮਹਾਰਾਜ ਕਹਿ ਰਹੇ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਿੱਧਾ ਨੇ ਆਖਿਆ ਸੀ ਕਵਣ ਸੋ ਮੁਕਤਾ। ਬੰਧਨ ਕਿਹਦੇ ਖੁੱਲ ਗਏ? ਮੁਕਤ ਕੌਣ ਹੈ? ਤਾਂ ਮਹਾਰਾਜ ਕਹਿੰਦੇ ਗੁਰਮੁਖ ਮੁਕਤਾ। ਜਿਸ ਨੇ ਗੁਰੂ ਦਾ ਉਪਦੇਸ਼ ਲਿਆ ਹੈ, ਜੋ ਗੁਰਮੁਖਤਾਈ ਦਾ ਜੀਵਨ ਜਿਉਂਦਾ ਹੈ, ਗੁਰਮੁਖ ਗੁਰੂ ਕੀ ਸ਼ਰਨ ਪੈਣ ਵਾਲਾ ਬੰਧਨਾਂ ਤੋਂ ਰਹਿਤ ਮੁਕਤ ਹੈ। ਅੰਤਰ ਬਾਹਰ ਸ਼ਬਦ ਸੁਖ ਜੁਗਤਾ। ਤੀਸਰਾ ਸਵਾਲ ਸੀ ਸਿੱਧਾਂ ਦਾ, ਕਵਣ ਸੋ ਅੰਤਰ ਬਾਹਰ ਜੁਗਤਾ। ਇਹ ਅੰਦਰ ਬਾਹਰ ਕੌਣ ਜੁੜਿਆ ਹੋਇਆ? ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਸਿੱਧੋ ਅੰਤਰ ਬਾਹਰ ਸ਼ਬਦ ਸੋ ਜੁਗਤਾ। ਇੱਥੇ ਸ਼ਬਦ ਦਾ ਅਰਥ ਹੈ ਬ੍ਰਹਮ, ਉਹ ਅਕਾਲ ਪੁਰਖ ਵਾਹਿਗੁਰੂ। ਅੰਦਰ ਬਾਹਰ ਸਭ ਥਾਵਾਂ ਦੇ ਉੱਤੇ ਉਹ ਬ੍ਰਹਮ ਹੀ ਸੋ ਵਿਸ਼ੇਸ਼ ਕਰਕੇ ਜੁਗਤਾ ਜੁੜਿਆ ਹੋਇਆ। ਸਾਰਿਆਂ ਦੇ ਨਾਲ ਬ੍ਰਹਮ ਜੁੜਿਆ ਹੋਇਆ ਹੈ, ਸਾਰਿਆਂ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੁੜਿਆ ਹੋਇਆ। ਉਹ ਸਰਬ ਵਿਆਪਕ ਹੈ ਤੇ ਸਾਰਿਆਂ ਦੇ ਨਾਲ ਉਹ ਜੁੜਿਆ ਹੋਇਆ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ ਭਇਆਲ, ਸਰਬ ਲੋਕ ਪੂਰਨ ਪ੍ਰਤਿਪਾਲ। ਬਾਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਡ ਤਹਿ ਤਿਸੇ ਸਮਾਹੇ। ਤਿਸ ਤੇ ਭਿੰਨ ਨਹੀਂ ਕੋ ਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਉਹ ਪਰਮੇਸ਼ਰ ਵਾਹਿਗੁਰੂ ਅੰਤਰ ਬਾਹਰ ਸ਼ਬਦ ਬ੍ਰਹਮ ਵਿਸ਼ੇਸ਼ ਕਰਕੇ ਜੁਗਤਾ ਜੁੜਿਆ ਹੋਇਆ। ਤੇ ਦੂਸਰਾ ਭਾਵ ਇਹਦਾ ਹੈ ਜਿਹੜਾ ਜੀਵ ਗੁਰੂ ਕੇ ਸ਼ਬਦ ਵਿੱਚ ਜੁੜਿਆ ਹੈ ਨਾ, ਉਹ ਅੰਦਰੋਂ ਵੀ ਹਿਰਦੇ ਕਰਕੇ ਵੀ ਤੇ ਬਾਹਰੋਂ ਸਰੀਰ ਕਰਕੇ ਵੀ ਵਾਹਿਗੁਰੂ ਪਰਮੇਸ਼ਰ ਨਾਲ ਜੁੜਿਆ ਹੋਇਆ ਹੈ। ਫਿਰ ਸਿੱਧਾ ਨੇ ਚੌਥਾ ਸਵਾਲ ਕੀਤਾ ਸੀ, ਕਵਣ ਸੋ ਆਵੇ ਕਵਣ ਸੋ ਜਾਏ। ਆਉਣ ਜਾਣ ਵਿੱਚ ਕੌਣ ਹੈ? ਕੌਣ ਆਉਂਦਾ ਹੈ ਤੇ ਕੌਣ ਜਾਂਦਾ ਹੈ? ਤੇ ਜਗਤ ਗੁਰੂ ਜੀ ਕਹਿੰਦੇ ਸਿੱਧੋ ਇਸ ਸਵਾਲ ਦਾ ਜਵਾਬ ਹੈ ਮਨਮੁਖ ਬਿਨਸੈ ਆਵੇ ਜਾਏ। ਮਨਮੁਖ ਆਉਂਦਾ ਜਾਂਦਾ ਹੈ, ਮਨਮੁਖ ਜਨਮ ਧਾਰ ਕੇ ਆਉਂਦਾ ਹੈ ਤੇ ਬਿਨਸ ਕੇ ਜਾਏ ਜਾਂਦਾ ਹੈ, ਬਿਨਸ ਜਾਂਦਾ ਹੈ। ਮਨਮੁਖ ਬਿਨਸਦਾ ਹੈ, ਮਨਮੁਖ ਜਨਮ ਮਰਨ ਵਿੱਚ ਪਿਆ ਰਹਿੰਦਾ ਹੈ, ਆਵਾਗਮਨ ਵਿੱਚ ਪਿਆ ਰਹਿੰਦਾ ਹੈ। ਮਨਮੁਖ ਆਉਂਦਾ ਜਾਂਦਾ, ਮਨਮੁਖ ਆਵੇ ਮਨਮੁਖ ਜਾਵੇ, ਮਨਮੁਖ ਫਿਰ ਚੋਟਾਂ ਖਾਵੇ। ਜਿਤਨੇ ਨਰਕ ਸੋ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਮਨਮੁਖਤਾਈ ਕਰਨ ਵਾਲਾ ਜੋ ਮਨ ਦੀ ਮਰਜ਼ੀ ਕਰਦਾ ਹੈ, ਜਿਹੜਾ ਜੀਵ ਕਹਿੰਦਾ ਮੇਰਾ ਮਨ ਇੰਝ ਕਹਿੰਦਾ ਹੈ, ਮੇਰਾ ਮਨ ਨਹੀਂ ਮੰਨਦਾ, ਮੇਰਾ ਮਨ ਨਹੀਂ ਮੰਨਦਾ ਸਾਬਤ ਸੂਰਤ ਹੋਣ ਵਾਸਤੇ, ਮੇਰਾ ਮਨ ਨਹੀਂ ਹਲੇ ਮੰਨਦਾ ਵੀ ਮੈਂ ਗੁਰੂ ਕਾ ਅੰਮ੍ਰਿਤ ਛਕ ਲਵਾਂ, ਮੇਰਾ ਮਨ ਨਹੀਂ ਮੰਨਦਾ ਵੀ ਮੈਂ ਆ ਨਸ਼ਾ ਛੱਡ ਦੇਵਾਂ, ਮੇਰਾ ਮਨ ਨਹੀਂ ਮੰਨਦਾ। ਮੇਰਾ ਮਨ ਹੈ ਉਹ ਕਹਿੰਦਾ ਹੈ। ਜੋ ਮਨ ਦੇ ਪਿੱਛੇ ਲੱਗਣ ਵਾਲਾ ਉਹ ਮਨਮੁਖ ਹੈ, ਜੋ ਗੁਰੂ ਦੇ ਪਿੱਛੇ ਤੁਰਨ ਵਾਲਾ ਉਹ ਗੁਰਮੁਖ ਹੈ।
ਇਸ ਕਰਕੇ ਮਹਾਰਾਜ ਕਹਿੰਦੇ ਸਿੱਧੋ ਮਨਮੁਖ ਬਿਨਸੈ ਆਵੇ ਜਾਏ। ਮਨਮੁਖ ਬਿਨਸਦਾ ਤੇ ਆਉਂਦਾ ਜਾਂਦਾ ਹੈ। ਨਾਨਕ ਗੁਰਮੁਖ ਸਾਚ ਸਮਾਏ। ਫਿਰ ਆਖਿਆ ਸੀ ਸਿੱਧਾ ਨੇ ਕਵਣ ਸੋਤਰ ਭਾਵਨ ਰਹਿਆ ਸਮਾਏ। ਤਿੰਨਾਂ ਭਾਵਨਾ ਵਿੱਚ ਕੌਣ ਸਮਾ ਰਿਹਾ? ਇਹ ਅਖੀਰਲਾ ਇਸ ਪੌੜੀ ਦਾ ਸਿੱਧਾਂ ਦਾ ਕੀਤਾ ਹੋਇਆ ਸਵਾਲ ਸੀ ਕਿ ਗਰੀਬ ਨਵਾਜ ਕਹਿੰਦੇ ਨਾਨਕ ਗੁਰਮੁਖ ਸਾਚ ਸਮਾਏ। ਜੋ ਮੁਖੀ ਗੁਰੂ ਹੈ ਨਾ ਅਕਾਲ ਪੁਰਖ ਵਾਹਿਗੁਰੂ ਆਪ, ਤਤ ਨਿਰੰਜਨ ਜੋਤ ਸਬਾਈ, ਸੋ ਹਮ ਭੇਦ ਨਾ ਕੋਈ ਜੀਉ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਉ। ਜੋ ਅਪਰੰਪਰ ਹੈ, ਪਾਰ ਬ੍ਰਹਮ ਹੈ, ਪਰਮੇਸ਼ਰ ਹੈ, ਮਹਾਰਾਜ ਕਹਿੰਦੇ ਉਹ ਸਾਡਾ ਗੁਰੂ ਹੈ। ਉਹ ਜੋ ਮੁਖੀ ਗੁਰੂ ਹੈ ਨਾ ਉਹ ਸੱਚ ਸਰੂਪ ਹੈ। ਉਹੀ ਤਿੰਨਾਂ ਭਾਵਨਾ ਦੇ ਵਿੱਚ ਸਮਾ ਰਿਹਾ। ਮਾਤ ਲੋਕ ਵਿੱਚ ਵੀ ਉਹੀ ਸਮਾ ਰਿਹਾ ਹੈ, ਆਕਾਸ਼ ਲੋਕ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਸਮਾ ਰਿਹਾ ਹੈ, ਪਤਾਲ ਲੋਕ ਵਿੱਚ ਵੀ ਉਹ ਸਮਾ ਰਿਹਾ। ਤੇ ਦੂਸਰਾ ਇਸ ਸਵਾਲ ਦਾ ਭਾਵ ਸੀ ਕਵਣ ਸੋਤਰ ਭਾਵਨ ਰਹਿਆ ਸਮਾਜ। ਤਿੰਨਾਂ ਭਾਵਨਾ ਵਿੱਚੋਂ ਉਹ ਕੌਣ ਹੈ ਜੋ ਪਰਮੇਸ਼ਰ ਵਿੱਚ ਸਮਾ ਰਿਹਾ, ਲੀਨ ਹੋ ਰਿਹਾ? ਤੇ ਇਹਦਾ ਉੱਤਰ ਮਹਾਰਾਜ ਸਾਹਿਬ ਜੀ ਦਿੰਦੇ ਆ, ਜਿਹੜਾ ਗੁਰੂ ਕੀ ਸ਼ਰਨ ਵਿੱਚ ਪੈ ਕੇ ਗੁਰਮੁਖ ਬਣ ਜਾਂਦਾ ਹੈ ਉਹ ਫਿਰ ਸੱਚ ਦੇ ਵਿੱਚ ਸਮਾ ਜਾਂਦਾ ਹੈ। ਤਿੰਨਾਂ ਭਾਵਨਾ ਦੇ ਵਿੱਚੋਂ ਹੋਰ ਕੋਈ ਨਹੀਂ ਸਮਾ ਸਕਦਾ। ਜੋ ਗੁਰਮੁਖ ਬਣ ਜਾਂਦਾ ਹੈ ਕਿ ਉਹ ਗੁਰਮੁਖ ਨਾਮ ਦਾਨ ਇਸ਼ਨਾਨ ਗੁਰੂ ਸਾਹਿਬ ਜੀ ਦੀ ਮਰਿਆਦਾ ਵਿੱਚ ਚੱਲਦਾ ਹੈ, ਗੁਰੂ ਕੀ ਸਿੱਖਿਆ ਵਿੱਚ ਚੱਲਦਾ ਹੈ। ਨਾਨਕ ਗੁਰਮੁਖ ਸਾਚ ਸਮਾਏ। ਫਿਰ ਗੁਰਮੁਖ ਹੀ ਉਸ ਸੱਚ ਸਰੂਪ ਦੇ ਵਿੱਚ ਸਮਾ ਜਾਂਦਾ ਹੈ ਗੁਰੂ ਕੀ ਕਿਰਪਾ ਦੇ ਨਾਲ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਜਿਸ ਜੀਵ ਉੱਤੇ ਗੁਰੂ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ ਉਹ ਪਰਮੇਸ਼ਰ ਵਾਹਿਗੁਰੂ ਵਿੱਚ ਇਸ ਤਰ੍ਹਾਂ ਲੀਨ ਹੋ ਜਾਂਦਾ ਜਿਵੇਂ ਪਾਣੀ ਵਿੱਚ ਪਾਣੀ ਲੀਨ ਹੋ ਜਾਂਦਾ। ਜਿਉਂ ਜਲ ਮਹਿ ਜਲ ਆਏ ਖਟਾਨਾ, ਖਟਾਨਾ ਮੈਣੀ ਜਿਵੇਂ ਪਾਣੀ 'ਚ ਪਾਣੀ ਮਿਲ ਜਾਂਦਾ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਸੇ ਤਰ੍ਹਾਂ ਉਸ ਗੁਰਮੁਖ ਦੀ ਜੋਤ ਜੋਤੀ ਸਰੂਪ ਨਾਲ ਸਮਾ ਜਾਂਦੀ ਹੈ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਉਹ ਗਰੀਬ ਨਵਾਜ ਸਾਹਿਬ ਜੀ ਨੇ ਇਹ ਸਿੱਧਾਂ ਦੇ ਸਵਾਲਾਂ ਦੇ ਜਵਾਬ 12ਵੀਂ ਪੌੜੀ ਵਿੱਚ ਉਹਨਾਂ ਨੇ ਸਵਾਲ ਕੀਤੇ ਤੇ 13ਵੀਂ ਪੌੜੀ ਵਿੱਚ ਮਹਾਰਾਜ ਸਾਹਿਬ ਜੀ ਨੇ ਸਵਾਲਾਂ ਦੇ ਉੱਤਰ ਦਿੱਤੇ। ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣ। ਦੇਹੋ ਸੱਜਣਿਆ ਸੀ ਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਕਟ ਕਟ ਗੁਪਤਾ ਗੁਰਮੁਖ ਮੁਕਤਾ, ਅੰਤਰ ਬਾਹਰ ਸ਼ਬਦ ਸੁਖ ਜੁਗਤਾ। ਮਨਮੁਖ ਬਿਨਸੈ ਆਵੈ ਜਾਏ, ਨਾਨਕ ਗੁਰਮੁਖ ਸਾਚ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।